कोविड के दौरान साडे बहुत लोग स्टक सी इंडिया, असीं दुहाइयां दिंदे रहे, किसी ने बात नहीं पूछी। कोविड तो बाद तुहाडा मन होया भी कुछ ना कुछ पावर बंदे दे कोले आपदे कोले होनी चाहिए, तां ही बंदा आपदी कम्युनिटी वास्ते कुछ ना कुछ कर पाउंदा। रैम रेडां दे विच 90% रिटेल कम्युनिटी साडी सी। साडे उत्ते ही सब कुछ जदों आ हो निबड़दा। सवेरे 6 वजे उठ के असीं मेहनती बंदे आ, रिस्क लैके काम करदे आ ते जदों शाम हजे पैंदी नहीं ते तिजोरी दे विच जिहड़े पैसे माड़े मोटे बजाए उहनूं लुੱਟਣ आ गया ते कोई साडी बात ना पुछे। कही जावे जिहड़ा मुंडा लुੱਟਣ आया इनू परवरिश इहदी वधिया नहीं इस करके आ गया, लेकिन जिहदे ते हो निबड़ी ਉਹਦਾ कोई बात ना पुछे। जद तक ਤੁਸੀਂ ਜਿੱਥੇ ਡਿਸੀਜਨ ਬਣਦੇ ਆ ਉਸ ਡਿਸੀਜਨ ਮੇਕਿੰਗ ਟੇਬਲ ਦੇ ਉੱਤੇ ਨਹੀਂ ਬੈਠੇ, ਉਸ ਡਿਸੀਜਨ ਦਾ ਹਿੱਸਾ ਨਹੀਂ ਬਣਦੇ ਜੋ ਕਿ ਆਮ ਤੌਰ ਤੇ ਰਾਜਨੀਤਿਕ ਅਦਾਰਿਆਂ ਦੇ ਵਿੱਚ ਕਲੋਜ਼ ਡੋਰਾਂ ਦੇ ਵਿੱਚ ਇੰਪੋਰਟੈਂਟ ਡਿਸੀਜਨ ਲੈ ਜਾਂਦੇ, ਤਦ ਤੱਕ ਤੁਹਾਡੀ ਜਿਹੜੀ ਗੱਲ ਆ ਉਹ ਨਹੀਂ ਜਿਹੜੀ ਹੋਣੀ, ਨਾ ਮਨ ਹੋਣੀ ਆ ਨਾ ਹੀ ਸੁਧਾਰ ਹੋਣਾ। ਤੁਹਾਡੇ ਪੜਦਾਦਾ ਜੀ ਕਦੋਂ ਆਏ ਸੀਗੇ ਨਿਊਜ਼ੀਲੈਂਡ? 1920 ਦੇ ਵਿੱਚ। 1920 ਦੇ ਵਿੱਚ ਆ ਗਏ? ਹਾਂਜੀ 1920 ਦੇ ਵਿੱਚ। ਮੈਂ ਜੀ ਚੌਥੀ ਪੀੜ੍ਹੀ ਆ, ਚੌਥੀ ਪੀੜ੍ਹੀ ਤੋਂ ਤੇ ਮੇਰੇ ਬੱਚੇ ਪੰਜਵੀਂ ਪੀੜ੍ਹੀ ਆ ਜੀ। ਹਾਂਜੀ ਸੋ 5 ਪੀੜ੍ਹੀਆਂ ਹੋ ਗਈਆਂ, 100 ਸਾਲ ਸਾਡੇ ਹੋ ਚੁੱਕੇ ਜੀ ਇਸ ਮੁਲਕ ਦੇ ਵਿੱਚ। ਤਕਰੀਬਨ 100 ਸਾਲ ਤੋਂ ਇੱਥੇ ਵਿਚਰਦੇ ਆ ਇਸ ਮੁਲਕ ਦੇ ਵਿੱਚ। ਕਾਫੀ ਕਮਿਊਨਿਟੀ ਸਰਵਿਸ ਦੇ ਵਿੱਚ ਪਰਿਵਾਰ ਨੇ ਯੋਗਦਾਨ ਪਾਇਆ, ਭਾਵੇਂ ਓਲਡੈਸਟ ਆਰਗੇਨਾਈਜੇਸ਼ਨ ਹੋਵੇ, ਭਾਵੇਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਦੇ ਵਿੱਚ ਯੋਗਦਾਨ ਪਾਉਣਾ, ਫਿਰ ਆਪਣੀ ਕਮਿਊਨਿਟੀ ਦੀ ਪ੍ਰੋੜਤਾ ਜਿਹੜੀ ਆ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਕਰਨ ਦੇ ਪੱਖੋਂ ਹੋਵੇ। ਨਵਤੇਜ ਰੰਧਾਵਾ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੇਖ ਕੇ ਪਾਰਟੀ ਨੇ ਟਿਕਟ ਦਿੱਤਾ? ਬਿਲਕੁਲ ਬਿਲਕੁਲ ਤੁਸੀਂ ਸਵਾਲ ਜਿਹੜਾ ਕੀਤਾ, ਇਹ ਗੋਰਿਆਂ ਦੇ ਮੁਲਕ ਦੇ ਵਿੱਚ ਕੋਈ ਫੇਵਰੇਟਿਜ਼ਮ ਨਹੀਂ ਹੈਗਾ। ਇੱਥੇ ਜਿਹੜਾ ਛਾਣਨਾ ਉਹ ਲਾਉਂਦੇ ਵੀ ਐ ਨੂੰ ਜਿੱਦਾਂ ਪਾਰਸ਼ਾ ਉੱਤੋਂ ਦੀ ਘੁਮਾ ਦਿੰਦੇ ਆ। ਸੋ ਯੋਗਤਾ ਮੈਰਿਟ ਜਿਹੜੀ ਆ ਇੱਥੇ ਉਹ ਆਪਣੇ ਅਖੀਰ ਦੇ ਵਿੱਚ ਆ ਕੇ ਜਿਹੜੀ ਤੁਹਾਡਾ ਜਿਹੜਾ ਸਫ਼ਰ ਤੁਹਾਡੇ ਲਈ ਤੈਅ ਕਰਦੀ ਆ। ਪਾਰਟੀ ਦੀ ਜਿਹੜੀ ਪੁੱਛ ਹੈ ਇੰਪੋਰਟੈਂਟਲੀ ਜਿਹੜਾ ਵਕਤ ਤੁਸੀਂ ਸਵਾਲ ਪੁੱਛਿਆ, ਉਹ ਅਸਲ ਦੇ ਵਿੱਚ ਇਸ ਮੁਲਕ ਜਿਨ੍ਹਾਂ ਨੇ ਇਸ ਨੂੰ ਆਬਾਦ ਕੀਤਾ ਉਹਨਾਂ ਦੀ ਪੁੱਠ ਤੇ ਖੜੀ ਹੈ। ਉਹੀ ਅਸਲ 'ਚ ਇਹਦੇ ਸਭ ਤੋਂ ਵੱਡੇ ਬੈਕਰ। ਜਿੱਥੋਂ ਦੀ ਪੋਲਿਟਿਕਸ ਅਸੀਂ ਦੇਖਦੇ ਹਾਂ ਖਾਸ ਤੌਰ ਤੇ ਇੰਡੀਆ ਦੀ, ਉੱਥੇ ਇਹ ਹੈ ਕਿ ਦੂਜੇ ਨੂੰ ਗਾਲਾਂ ਵੱਧ ਕੱਢੀਆਂ ਜਾਂਦੀਆਂ ਸਾਹਮਣੇ ਵਾਲੇ ਨੂੰ ਜਿਹੜਾ ਸਾਹਮਣੇ ਹੁੰਦਾ। ਕਿ ਤੁਸੀਂ ਇੱਥੋਂ ਦੀ ਪੋਲਿਟਿਕਸ ਬਾਰੇ ਮੈਂ ਥੋੜਾ ਜਿਹਾ ਜਾਣਨਾ ਚਾਹੁੰਦਾ, ਜ਼ਰੂਰ ਹੋਣਗੇ ਕਿ ਇਸੇ ਤਰੀਕੇ ਦੇ ਨਾਲ ਇੱਥੋਂ ਦੇ ਜਾਂ ਕਮੀਆਂ ਦੇ ਤੌਰ ਤੇ ਮੈਂ ਪੁੱਛਾਂ ਵੀ ਲੋਕਾਂ ਨੂੰ ਤੁਸੀਂ ਕਮੀਆਂ ਵੀ ਗਿਣਾਉਂਦੇ ਹੋਣਗੇ, ਭਾਈ ਫਲਾਨੀ ਲੇਬਰ ਪਾਰਟੀ ਨੇ ਤਾਂ ਜੀ ਆਹ ਕੁਛ ਕੀਤਾ, ਦੇਖੋ ਇੰਨਾ ਨੁਕਸਾਨ ਹੋ ਗਿਆ ਜਾਂ ਫਲਾਨਾ, ਉਹ ਚੀਜ਼ਾਂ ਕੀ ਆ? ਕਿਸੇ ਹੱਦ ਤੱਕ ਇੱਥੇ ਹੁੰਦਾ, ਪਰ ਇੱਥੇ ਪਰਸਨਲ ਨਹੀਂ ਹੁੰਦਾ, ਤੁਸੀਂ ਪਾਲਿਸੀ ਤੱਕ ਰਹਿੰਦੇ ਆ। ਇਸ ਮੁਲਕ ਦੇ ਵਿੱਚ ਡਿਸਪਲਿਨਡ ਅਪਰੋਚ ਦੇ ਨਾਲ ਇਕਨੋਮੀ ਜਿਹੜੀ ਆ ਇਹ ਕੰਟਰੀ ਦੀ ਬੈਕ ਔਨ ਟਰੈਕ ਲਿਆਉਣ ਦੀ ਜ਼ਰੂਰਤ ਹੈ। ਅਸੀਂ ਕਰਜ਼ੇ 'ਚ ਬਹੁਤ 25.7% GDP ਜਿਹੜੀ ਇਸ ਟਾਈਮ ਕਰਜ਼ਾ ਇੰਨਾ ਸਾਡੇ ਸਿਰ ਚੜਿਆ ਆ। ਇੱਕ ਜਦੋਂ ਅਸੀਂ 6 ਸਾਲ ਪਹਿਲੋਂ ਆਪਣੇ ਸਿਰਫ 4% ਸੀ, ਹੁਣ ਉਸ ਨੂੰ ਘੱਟ ਲੈ ਕੇ ਆਉਣਾ ਇਹ ਸਾਡੇ ਲਈ, ਹੋਰ ਬਾਕੀ ਸਾਰੇ ਫੈਕਟਰ ਪਿੱਛੇ ਪੈ ਜਾਂਦੇ ਆ। ਜਦ ਤੱਕ ਇਕਨੋਮੀ ਔਨ ਟਰੈਕ ਨਹੀਂ ਆਉਂਦੀ ਤਦ ਤੱਕ ਕੁਛ ਵੀ ਸੰਭਵ ਨਹੀਂ ਹੈਗਾ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਪੰਜਾਬੀਆਂ ਦੀ ਚੜ੍ਹਦੇ ਝੰਡੇ ਪੂਰੀ ਦੁਨੀਆ ਦੇ ਵਿੱਚ ਝੂਲ ਰਹੇ ਨੇ, ਔਰ ਖਾਸ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਪੰਜਾਬੀਆਂ ਦਾ ਰਾਜਨੀਤੀ 'ਚ ਇੰਟਰਸਟ ਬਹੁਤ ਹੁੰਦਾ। ਭਾਵੇਂ ਪੰਜਾਬੀ ਇੰਡੀਆ ਦੇ ਵਿੱਚ ਦੇਖੀਏ ਤਾਂ ਵੱਡੇ ਵੱਡੇ ਅਹੁਦਿਆਂ ਤੇ ਰਹੇ ਆ, ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਅਸੀਂ ਦੇਖਦੇ ਹਾਂ ਕਿਤੇ MP ਹੈ ਪੰਜਾਬੀ, ਕੋਈ ਮਿਨਿਸਟਰ ਬਣਿਆ ਹੋਇਆ ਵੱਖ-ਵੱਖ ਥਾਵਾਂ ਤੇ। ਔਰ ਉਸੇ ਤਰੀਕੇ ਨਾਲ ਮੈਂ ਨਿਊਜ਼ੀਲੈਂਡ ਫੇਰੀ ਤੇ ਹਾਂ, ਔਰ ਨਿਊਜ਼ੀਲੈਂਡ ਦੇ ਵਿੱਚ ਵੀ ਨਵਤੇਜ ਸਿੰਘ ਰੰਧਾਵਾ ਹੁਣਾਂ ਨੂੰ ਨੈਸ਼ਨਲ ਪਾਰਟੀ ਨੇ ਪੈਨਮਿਓਰ ਓਟਾਹੂ ਤੋਂ ਕੈਂਡੀਡੇਟ ਐਲਾਨਿਆ। ਔਰ ਰੰਧਾਵਾ ਸਾਹਿਬ ਸਾਡੇ ਨਾਲ ਨੇ, ਇਹਨਾਂ ਦੇ ਬਾਰੇ ਮੈਂ ਦੱਸ ਦਿਆਂ ਕਿ ਨਵਤੇਜ ਸਿੰਘ ਰੰਧਾਵਾ ਹੁਣਾਂ ਦੀ ਜੋ ਫੈਮਿਲੀ ਹੈ, ਇਹਨਾਂ ਦੇ ਪੜਦਾਦਾ ਆ ਗਏ ਸੀ ਨਿਊਜ਼ੀਲੈਂਡ, ਔਰ ਉਹਨਾਂ ਨੇ ਇੱਥੇ ਕਾਫੀ ਯੋਗਦਾਨ ਵੀ ਵੱਡਾ ਰਿਹਾ। ਨਵਤੇਜ ਰੰਧਾਵਾ ਹੁਣਾਂ ਦੇ ਪੜਦਾਦਾ ਔਰ ਉਸ ਤੋਂ ਬਾਅਦ ਉਹਨਾਂ ਦੇ ਦਾਦਾ ਜੀ ਹੁਣਾਂ ਨੇ ਹੈਮਿਲਟਨ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ, ਔਰ ਇਹਨਾਂ ਦੇ ਪੜਦਾਦਾ ਜੀ ਹੁਣਾਂ ਨੇ ਜੰਗਲ ਪੱਟਣ ਦੇ ਵਿੱਚ ਵੀ ਵੱਡਾ ਯੋਗਦਾਨ ਦਿੱਤਾ। ਯਾਨੀ ਕਿ ਜਦੋਂ ਨਿਊਜ਼ੀਲੈਂਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਸੁਧਾਰ ਕੀਤੇ ਜਾ ਰਹੇ ਸੀ, ਉਹਨਾਂ ਦੇ ਵਿੱਚ ਯੋਗਦਾਨ ਦਿੱਤਾ। ਤਾਂ ਸਵਾਗਤ ਕਰਦੇ ਹਾਂ ਰੰਧਾਵਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਦੇ। ਸ਼ੁਕਰੀਆ ਜੀ, ਧੰਨਵਾਦ ਮੌਕਾ ਦੇਣ ਲਈ ਤੁਹਾਡੇ ਪ੍ਰੋਗਰਾਮ ਦੇ ਵਿੱਚ।
ਰੰਧਾਵਾ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੁੰਦਾ ਕਿ ਵੈਸੇ ਤਾਂ ਪੰਜਾਬੀਆਂ ਦੀ ਰੁਚੀ ਬਹੁਤ ਹੁੰਦੀ ਹੈ ਰਾਜਨੀਤੀ ਦੇ ਵਿੱਚ, ਤੁਸੀਂ ਕੀ ਸੋਚ ਕੇ ਆਏ ਹੋ ਰਾਜਨੀਤੀ ਦੇ ਵਿੱਚ? ਪਹਿਲਾ ਸਵਾਲ ਤਾਂ ਇਹੀ ਲੈਣੇ, ਬਾਕੀ ਦੀਆਂ ਗੱਲਾਂ ਖੁੱਲੇ ਦਿਲ ਨਾਲ ਕਰਦੇ ਹਾਂ। ਬਿਲਕੁਲ, ਬਹੁਤ ਵਧੀਆ ਸਵਾਲ ਹੈ ਜੀ। ਅਸੀਂ ਇੱਕ ਵਾਰੀ ਤਕਰੀਬਨ 100 ਸਾਲ ਤੋਂ ਇੱਥੇ ਵਿਚਰਦੇ ਹਾਂ ਇਸ ਮੁਲਕ ਦੇ ਵਿੱਚ। ਕਾਫੀ ਕਮਿਊਨਿਟੀ ਸਰਵਿਸ ਦੇ ਵਿੱਚ ਪਰਿਵਾਰ ਨੇ ਯੋਗਦਾਨ ਪਾਇਆ, ਭਾਵੇਂ ਓਲਡੈਸਟ ਆਰਗੇਨਾਈਜੇਸ਼ਨ ਹੋਵੇ, ਭਾਵੇਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਦੇ ਵਿੱਚ ਯੋਗਦਾਨ ਪਾਉਣਾ, ਫਿਰ ਆਪਣੀ ਕਮਿਊਨਿਟੀ ਦੀ ਪ੍ਰੋੜਤਾ ਜਿਹੜੀ ਆ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਕਰਨ ਦੇ ਪੱਖੋਂ ਹੋਵੇ। ਅਸੀਂ ਇੱਕ ਚੀਜ਼ ਮਹਿਸੂਸ ਕੀਤੀ ਕਿ ਜਦ ਤੱਕ ਤੁਸੀਂ ਜਿੱਥੇ ਡਿਸੀਜਨ ਬਣਦੇ ਆ ਉਸ ਡਿਸੀਜਨ ਮੇਕਿੰਗ ਟੇਬਲ ਦੇ ਉੱਤੇ ਨਹੀਂ ਬੈਠੇ, ਉਸ ਡਿਸੀਜਨ ਦਾ ਹਿੱਸਾ ਨਹੀਂ ਬਣਦੇ, ਜੋ ਕਿ ਆਮ ਤੌਰ ਤੇ ਰਾਜਨੀਤਿਕ ਅਦਾਰਿਆਂ ਦੇ ਵਿੱਚ ਕਲੋਜ਼ ਡੋਰਾਂ ਦੇ ਵਿੱਚ ਇੰਪੋਰਟੈਂਟ ਡਿਸੀਜਨ ਲੈ ਜਾਂਦੇ, ਤਦ ਤੱਕ ਤੁਹਾਡੀ ਜਿਹੜੀ ਗੱਲ ਆ ਉਹ ਨਹੀਂ ਜਿਹੜੀ ਹੋਣੀ, ਨਾ ਮਨ ਹੋਣੀ ਆ, ਨਾ ਹੀ ਸੁਧਾਰ ਹੋਣਾ। ਇਹ ਇੱਕ ਇੰਪੋਰਟੈਂਟ ਜਿਹੜਾ ਤੁਸੀਂ ਕਹਿ ਲਓ ਕਿ ਪਰਿਵਾਰ ਦੇ ਪੱਖੋਂ ਮੈਂ ਨਿੱਜੀ ਤੌਰ ਦੇ ਉੱਤੇ ਕਮਿਊਨਿਟੀ ਸਰਵਿਸ ਦੇ ਵਿੱਚ ਮਹਿਸੂਸ ਕੀਤਾ ਕਿ ਫੋਰ ਐਗਜ਼ਾਮਪਲ ਕੋਵਿਡ ਦੇ ਦੌਰਾਨ ਸਾਡੇ ਬਹੁਤ ਲੋਕ ਸਟਕ ਸੀ ਇੰਡੀਆ, ਅਸੀਂ ਦੁਹਾਈਆਂ ਦਿੰਦੇ ਰਹੇ, ਕਿਸੇ ਨੇ ਬਾਤ ਨਹੀਂ ਪੁੱਛੀ। ਉਸ ਦੇ ਬਾਅਦ ਚੱਲਦਿਆਂ ਹੁਣ ਸਾਡੇ ਇੱਥੇ PR ਦੀ ਜ਼ਰੂਰਤ ਸੀ, ਬਹੁਤ ਜਿਹੜੇ ਹਾਰਡ ਵਰਕ ਕਰ ਰਹੇ ਸੀ ਉਹਨਾਂ ਨੂੰ ਪਾਥਵੇ ਟੂ ਰੈਜ਼ੀਡੈਂਸੀ ਦੀ ਗੱਲ ਕਹਿ ਕੇ ਇੱਥੇ ਲੈ ਆਂਦਾ, ਕਿਸੇ ਨੇ ਸਾਡੀ ਬਾਤ ਨਾ ਪੁੱਛੀ। ਸੋ ਇਸ ਸਾਰੇ ਦੇ ਵਿੱਚ ਮਹਿਸੂਸ ਕੀਤਾ ਕਿ ਜਦ ਤੱਕ ਤੁਸੀਂ ਇਹਦਾ ਹਿੱਸਾ ਨਹੀਂ ਬਣਦੇ ਤਦ ਤੱਕ ਕੁਝ ਵੀ ਬਦਲਾਵ ਨਹੀਂ ਆਉਣਾ, ਸੁਧਾਰ ਨਹੀਂ ਹੋਣਾ। ਐਕਸਪੈਕਟ ਨਹੀਂ ਕਰ ਸਕਦੇ, ਸਿਰਫ ਹੋਪ ਕਰ ਸਕਦੇ ਆ। ਹੋਪ ਦੇ ਨਾਲ ਕਹਿੰਦੇ ਹੁੰਦੇ ਆ ਤੁਸੀਂ ਹੋਪਫੁਲ ਤਾਂ ਰਹਿ ਸਕਦੇ ਆ, ਲੇਕਿਨ ਐਟ ਦੀ ਐਂਡ ਡੇ ਉਹ ਦੂਸਰਾ ਜਿਹੜਾ ਡਿਸੀਜਨ ਬਣਾਉਣ ਵਾਲਾ ਉਹਦੇ ਉੱਤੇ ਆ ਕਿ ਉਹ ਕਿੰਨਾ ਕੁ ਦਿਆਲੂ ਆ। ਜਦ ਤੱਕ ਤੁਸੀਂ ਇਹਦੇ ਵਿੱਚ ਵੜ ਕੇ ਇਸ ਦਾ ਹਿੱਸਾ ਨਹੀਂ ਬਣਦੇ ਤਦ ਤੱਕ ਚੇਂਜ ਨਹੀਂ ਆਉਣੀ। ਚੇਂਜ ਲਿਆਉਣ ਦੇ ਲਈ ਇਸ ਸਾਰੇ ਪ੍ਰੋਸੈਸ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਵਧੀਆ ਡਿਸੀਜਨ ਬਣਾਉਣ ਦੇ ਲਈ ਇਸ ਮੁਲਕ ਦੇ ਅਸੀਂ ਸੁਧਾਰ ਦੇ ਵਿੱਚ, ਜਿੱਥੇ ਅਸੀਂ ਇਹ ਮੁਲਕ ਸਾਡਾ ਆ ਹੁਣ, ਅਸੀਂ ਵੀ ਇਸ ਦੇ ਵਿੱਚ ਯੋਗਦਾਨ ਪਾਇਆ, ਕਿਉਂ ਨਹੀਂ ਜਿਹੜੀਆਂ ਸਾਰੇ ਪਾਸੇ ਡਿਸੀਜਨਸ ਪ੍ਰੋਸੈਸ ਦੇ ਵਿੱਚ ਸਾਡਾ ਵੀ ਜਿਹੜਾ ਇਨਪੁਟ ਹੋਵੇ ਤਾਂ ਕਿ ਅਸੀਂ ਬੈਟਰ ਡਿਸੀਜਨ ਇਸ ਕੰਟਰੀ ਬਣਾਈਏ। ਇਸ ਕਰਕੇ ਆਇਆ ਜੀ। ਯਾਨੀ ਕਿ ਤੁਸੀਂ ਕੋਵਿਡ ਤੋਂ ਬਾਅਦ ਤੁਹਾਡਾ ਮਨ ਹੋਇਆ ਵੀ ਕੁਛ ਨਾ ਕੁਛ ਪਾਵਰ ਬੰਦੇ ਦੇ ਕੋਲੇ, ਆਪਦੇ ਕੋਲੇ ਹੋਣੀ ਚਾਹੀਦੀ, ਤਾਂ ਹੀ ਬੰਦਾ ਆਪਦੀ ਕਮਿਊਨਿਟੀ ਵਾਸਤੇ ਕੁਛ ਨਾ ਕੁਛ ਕਰ ਪਾਉਂਦਾ। ਬਿਲਕੁਲ ਵਿਕਰਮ, ਤੇ ਇੱਕ ਹੋਰ ਇੱਕ ਇੰਪੋਰਟੈਂਟ ਫੈਕਟਰ ਹੈ, ਸਾਡੀ ਕਮਿਊਨਿਟੀ ਦੇ ਉੱਤੇ ਬਹੁਤ ਕੁਛ ਹੋ ਨਿਬੜਿਆ। ਰੈਮ ਰੇਡਾਂ ਦੇ ਵਿੱਚ 90% ਰਿਟੇਲ ਕਮਿਊਨਿਟੀ ਸਾਡੀ ਸੀ, ਸਾਡੇ ਉੱਤੇ ਹੀ ਸਭ ਕੁਛ। ਜਦੋਂ ਹੋ ਨਿਬੜਦਾ, ਸਵੇਰੇ 6 ਵਜੇ ਉੱਠ ਕੇ ਅਸੀਂ ਮਿਹਨਤੀ ਬੰਦੇ ਆ, ਰਿਸਕ ਲੈ ਕੇ ਕੰਮ ਕਰਦੇ ਆ, ਤੇ ਜਦੋਂ ਸ਼ਾਮ ਹਜੇ ਪੈਂਦੀ ਨਹੀਂ ਤੇ ਤਿਜੋਰੀ ਦੇ ਵਿੱਚ ਜਿਹੜੇ ਪੈਸੇ ਮਾੜੇ ਮੋਟੇ ਬਚਾਏ ਉਹਨੂੰ ਲੁੱਟਣ ਆ ਗਿਆ ਤੇ ਕੋਈ ਸਾਡੀ ਬਾਤ ਨਾ ਪੁੱਛੇ। ਕਹੀ ਜਾਵੇ ਜਿਹੜਾ ਮੁੰਡਾ ਲੁੱਟਣ ਆਇਆ ਇਹਨੂੰ ਪਰਵਰਿਸ਼ ਇਹਦੀ ਵਧੀਆ ਨਹੀਂ ਇਸ ਕਰਕੇ ਆ ਗਿਆ, ਲੇਕਿਨ ਜਿਹਦੇ ਤੇ ਹੋ ਨਿਬੜੀ ਉਹਦਾ ਕੋਈ ਬਾਤ ਨਾ ਪੁੱਛੇ। ਸੋ ਅਸੀਂ ਕਿਹਾ ਨਹੀਂ, ਇਸ ਦੇ ਵਿੱਚ ਆਪਣਾ ਰਿਪਰੈਜ਼ੈਂਟੇਸ਼ਨ ਇਸ ਮੁਲਕ ਦੇ ਵਿੱਚ ਇੰਪੋਰਟੈਂਟਲੀ ਜਿਹੜਾ ਜਿੱਥੇ ਅਸੀਂ ਕਹੀਏ ਕਿ ਨਹੀਂ ਇਹ ਸਾਡੇ ਵੀ ਜਿਹੜੇ ਯੋਗਦਾਨ ਦੇ ਵਿੱਚ ਸਾਨੂੰ ਜਿਹੜੀਆਂ ਡਿਮਾਂਡਸ ਨੇ ਉਹ ਆਪਾਂ ਸੋਚੀਏ। ਇਸ ਕਰਕੇ ਇਸ ਸਾਰੇ ਨੂੰ ਲੈ ਅਸੀਂ ਡਿਸਾਈਡ, ਤੇ ਮੈਂ ਨਿੱਜੀ ਤੌਰ ਦੇ ਉੱਤੇ ਮਹਿਸੂਸ ਕੀਤਾ ਕਿ ਇਟਸ ਟਾਈਮ ਕਿ ਇਸ ਦਾ ਹਿੱਸਾ ਬਣੀਏ। ਫੈਮਿਲੀ ਦਾ ਸਪੋਰਟ ਕਿਵੇਂ? ਫੈਮਿਲੀ ਨੇ ਇਹ ਤਾਂ ਨਹੀਂ ਕਿਹਾ ਵੀ ਰੰਧਾਵਾ ਸਾਹਿਬ ਵਧੀਆ ਬਿਜ਼ਨਸ ਚੱਲ ਰਿਹਾ, ਵਧੀਆ ਕੰਮਕਾਰ ਚੱਲ ਰਿਹਾ, ਤੁਸੀਂ ਕਿਹੜੇ ਪਾਸੇ ਨੂੰ ਤੁਰ ਪਏ ਲੋਕਾਂ? ਕਿਉਂਕਿ ਟਾਈਮ ਬਹੁਤ ਦੇਣਾ ਪੈਂਦਾ, ਰਾਜਨੀਤੀ ਸੌਖੀ ਥੋੜੀ ਹੈ। ਬਿਲਕੁਲ, ਕਿਉਂਕਿ ਮੈਂ ਇੱਕ ਚੀਜ਼ ਦੱਸ ਦਵਾਂ, ਸਾਡੇ ਪਰਿਵਾਰ ਦੇ ਵਿੱਚ 4 ਪੀੜ੍ਹੀਆਂ ਚੋਂ ਇਹੀ ਗੱਲ ਚੱਲਦੀ ਆਈ ਹੈ। ਅਸੀਂ ਬਾਹਰ ਹੀ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਹੀ ਟਾਈਮ ਸਪੈਂਡ ਕਰਦੇ ਆਏ ਆ। ਅਸੀਂ ਜੋੜਿਆ ਕਈ ਵਾਰ, ਘਾਟਿਆ, ਤੇ ਕਹਿੰਦੇ ਹੁੰਦੇ ਆ ਵੱਧ ਕਮਿਊਨਿਟੀ ਦੇ ਵਿੱਚ ਹੀ। ਮੈਂ ਆਪਣੇ ਦਾਦੇ ਦੀ ਉਂਗਲੀ ਫੜ ਕੇ, ਜਿਸ ਨੇ ਇੱਥੇ ਕਮਿਊਨਿਟੀ ਸਰਵਿਸ 'ਚ ਸਾਰੀ ਉਮਰ ਗੁਜ਼ਾਰ ਦਿੱਤੀ, ਉਹਨਾਂ ਦੀ ਛਤਰ ਛਾਇਆ ਦੇ ਵਿੱਚ ਕੀਤਾ। ਸੋ ਮੈਨੂੰ ਕੁਛ ਡਿਫਰੈਂਟ ਨਹੀਂ ਲੱਗਦਾ। ਪਰਿਵਾਰ ਦੇ ਵਿੱਚ ਵਾਈਫ ਨੂੰ ਮੇਰੀ ਦਾਦੀ ਨੇ ਇੱਕੋ ਹੀ ਗੱਲ ਕਹੀ ਸੀ ਜਦੋਂ ਘਰੇ ਆਏ ਕਿ ਵੀ ਏਦਾਂ ਆ ਕਿ ਇਹਨਾਂ ਨੂੰ ਮੈਂ ਏਦਾਂ ਹੀ ਆਉਂਦੇ ਜਾਂਦੇ ਹੀ ਦੇਖਿਆ, ਤੇ ਘਰ ਤੁਸੀਂ ਸੰਭਾਲਣੇ ਆ, ਤੇ ਇਹਨਾਂ ਨੇ ਜਿਹੜਾ ਕਮਿਊਨਿਟੀ ਦਾ ਜਿਹੜਾ ਭਾਰ ਮੋਢਿਆਂ ਤੇ ਚੱਕਿਆ ਉਹ ਇਹਨਾਂ ਨੇ ਬਾਹਰ ਕਰਨਾ। ਸੋ ਇਹ ਤੁਹਾਨੂੰ ਮੈਂ ਸਿੰਪਲ ਗੱਲ ਦੱਸ ਦੇਵਾਂ ਕਿ ਇੰਨਾ ਕੀ ਯੋਗਦਾਨ ਪਾਉਣ ਵਾਲੇ ਸਾਰੇ। ਸੋ ਮੈਂ ਕਹਾਂ ਕਿ ਇਸ ਦੇ ਵਿੱਚ ਪਾਰਟ ਐਂਡ ਪਾਰਸਲ ਕੀ ਤੁਹਾਡੀ ਇੱਕ ਕਿਸਮ ਦੀ ਕਹਿ ਦੋ ਕਿ ਗੁਰੂ ਸਾਹਿਬ ਦੀ ਇਹ ਰਹੀ ਆ ਕਿ ਸਾਡੇ ਪਰਿਵਾਰ ਦੇ ਹਿੱਸੇ ਹੋ ਆਇਆ ਕਿ ਅਸੀਂ ਇਹ ਕਮਿਊਨਿਟੀ ਰਿਪਰੈਜ਼ੈਂਟੇਸ਼ਨ ਐਡਵੋਕੇਸੀ ਜਿਹੜੀ ਆ, ਤੇ ਉਸ ਦੇ ਵਿੱਚ ਟਾਈਮ ਸਪੈਂਡ ਕਰਦੇ ਆ ਅਸੀਂ ਇੱਥੇ ਆ ਗਏ। ਨੈਸ਼ਨਲ ਪਾਰਟੀ ਨੇ ਤੁਹਾਨੂੰ
ਚੋਣ ਮੈਦਾਨ ਦੇ ਵਿੱਚ ਉਤਾਰਿਆ, ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ। ਔਰ ਕਿਉਂਕਿ ਫਿਲਟਰ ਬਹੁਤ ਤਰ੍ਹਾਂ ਦੇ ਲੱਗਦੇ, ਜਦੋਂ ਕੈਂਡੀਡੇਟ ਛਾਨਣਾ ਹੁੰਦਾ ਤਾਂ ਇਹ ਬਹੁਤ ਪਹਿਲਾਂ ਬਰੀਕ ਛਾਨਣਾ, ਮੋਟਾ ਛਾਨਣਾ, ਸਾਰੇ ਤਰ੍ਹਾਂ ਦੇ ਛਾਨਣਿਆਂ ਦੇ ਵਿੱਚੋਂ ਬੰਦਾ ਨਿਕਲਦਾ ਕਿ ਭਾਈ ਫਿਲਟਰ ਲਾ ਕੇ ਫਿਰ ਸਿਲੈਕਟ ਕੀਤਾ ਜਾਂਦਾ। ਮੈਂ ਪੁੱਛਾਂ ਕਿ ਨਵਤੇਜ ਰੰਧਾਵਾ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੇਖ ਕੇ ਪਾਰਟੀ ਨੇ ਟਿਕਟ ਦਿੱਤਾ? ਬਿਲਕੁਲ ਤੁਸੀਂ ਸਵਾਲ ਜਿਹੜਾ ਕੀਤਾ, ਇਹ ਗੋਰਿਆਂ ਦੇ ਮੁਲਕ ਦੇ ਵਿੱਚ ਕੋਈ ਫੇਵਰੇਟਿਜ਼ਮ ਨਹੀਂ ਹੈਗਾ। ਇੱਥੇ ਜਿਹੜਾ ਛਾਣਨਾ ਉਹ ਲਾਉਂਦੇ ਵੀ ਐ ਨੂੰ ਜਿੱਦਾਂ ਪਾਰਸ਼ਾ ਉੱਤੋਂ ਦੀ ਘੁਮਾ ਦਿੰਦੇ ਆ। ਸੋ ਯੋਗਤਾ, ਮੈਰਿਟ ਜਿਹੜੀ ਆ ਇੱਥੇ ਉਹ ਆਪਣੇ ਅਖੀਰ ਦੇ ਵਿੱਚ ਆ ਕੇ ਜਿਹੜੀ ਤੁਹਾਡਾ ਜਿਹੜਾ ਸਫ਼ਰ ਤੁਹਾਡੇ ਲਈ ਤੈਅ ਕਰਦੀ ਆ। ਸੋ ਇੰਪੋਰਟੈਂਟਲੀ ਜਿਹੜੀਆਂ ਸਾਡੀਆਂ ਵੈਲਿਊਜ਼ ਆ, ਭਾਰਤੀ ਲੋਕਾਂ ਦੀਆਂ, ਪੰਜਾਬੀਆਂ ਦੀਆਂ ਵੈਲਿਊਜ਼ ਆ, ਉਹੀ ਇਸ ਪਾਰਟੀ ਦੀਆਂ ਵੈਲਿਊਜ਼ ਆ। ਸੈਲਫ ਰਿਸਪੌਂਸਿਬਿਲਿਟੀ, ਕਮਿਊਨਿਟੀ ਦੇ ਵਿੱਚ ਗਿਵ ਬੈਕ ਕਰਨਾ, ਇਸ ਮੁਲਕ 'ਚ ਕੰਪੈਟੀਟਿਵ ਬਿਜ਼ਨਸ ਰਨ ਕਰਨੇ, ਰਿਸਕ ਲੈਣੇ, ਇਸ ਮੁਲਕ ਦੇ ਹੋਰ ਨਿਬੜਨਾ, ਇਹ ਸਾਰਾ ਕੁਛ ਪਰਿਵਾਰਾਂ ਦੇ ਵਿੱਚ ਚੱਲਦਾ ਆ ਰਿਹਾ ਸੀ। ਇਹ ਵੈਲਿਊਜ਼ ਜਦੋਂ ਮੈਂ ਜਾ ਕੇ ਉਹਨਾਂ ਨੂੰ ਦੱਸਿਆ ਕਿ ਅਸੀਂ ਆਲਰੇਡੀ ਸਾਡੀ ਪਰਿਵਾਰਾਂ ਦੀ ਜਿਹੜੀ ਜਰਨੀ ਆ ਉਹ ਨੈਸ਼ਨਲ ਪਾਰਟੀ ਦੀ ਹੀ ਜਰਨੀ ਆ। ਇਹਨਾਂ ਦੇ ਵੀ ਅਸਲ ਦੇ ਵਿੱਚ ਇਹ ਪਾਰਟੀ ਦੀ ਜਿਹੜੀ ਪੁੱਠ ਆ, ਇੰਪੋਰਟੈਂਟਲੀ ਜਿਹੜਾ ਵਿਕਰਮ ਤੁਸੀਂ ਸਵਾਲ ਪੁੱਛਿਆ, ਉਹ ਅਸਲ ਦੇ ਵਿੱਚ ਇਸ ਮੁਲਕ ਜਿਨ੍ਹਾਂ ਨੇ ਇਸ ਨੂੰ ਆਬਾਦ ਕੀਤਾ ਉਹਨਾਂ ਦੀ ਪੁੱਠ ਤੇ ਖੜੀ ਆ। ਉਹੀ ਅਸਲ 'ਚ ਇਹਦੇ ਸਭ ਤੋਂ ਵੱਡੇ ਬੈਕਰ ਆ ਤੇ ਉਹਨਾਂ ਦੇ ਸਿਰ ਦੇ ਉੱਤੇ ਆ ਪਾਰਟੀ ਜਿਹੜੀ ਬਣ ਕੇ ਅੱਗੇ ਜਾ ਕੇ ਉਹਨਾਂ ਦੀ ਪ੍ਰੋੜਤਾ ਕਰਦੀ ਹੈ। ਮੁਲਕ ਵੀ ਇਵੇਂ ਹੀ ਚੱਲਦਾ। ਅਸੀਂ ਜੇ ਇਸ ਮੁਲਕ ਦੇ ਵਿੱਚ ਉਸ ਢਾਂਚੇ ਦੇ ਆ ਤੇ ਨੈਚੁਰਲੀ ਉਹ ਨੈਚੁਰਲ ਫਿੱਟ ਆ। ਸੋ ਇਸ ਚੀਜ਼ ਨੇ ਮੈਨੂੰ ਸਭ ਤੋਂ ਵੱਧ ਹੈਲਪ ਕੀਤੀ। ਦੂਸਰਾ, ਕਮਿਊਨਿਟੀ ਵਰਕ ਜਿਹੜਾ ਇੱਥੇ ਕੀਤਾ, ਯੋਗਤਾ ਦੇ ਮੁਤਾਬਕ ਪੜ੍ਹਾਈ ਕੀਤੀ ਹੈ। ਇੱਥੇ ਦੀ ਦੋਨਾਂ ਪਾਸਿਆਂ ਦੀ ਸਮਝ ਪੰਜਾਬ ਦੀ, ਕਿਉਂਕਿ ਮੈਂ ਪੜ੍ਹਾਈ ਉੱਥੇ ਜਾ ਕੇ ਕੀਤੀ ਆ। ਸੋ ਹਾਂਜੀ, ਜ਼ਬਾਨ ਜਿਹੜੀ ਆ ਜੀ ਉੱਥੇ ਹਿੰਦੀ ਪੰਜਾਬੀ ਪੜ੍ਹ ਲਿਖ ਲਈ ਦੀ ਆ ਤੇ ਇੱਥੇ ਫਿਰ ਨੈਚੁਰਲੀ ਇੰਗਲਿਸ਼ ਦਾ ਜਿਹੜਾ ਇਸ ਮੁਲਕ ਦਾ ਉਹ ਫਿਰ ਅੰਡਰਸਟੈਂਡਿੰਗ, ਡੀਪਰ ਨੌਲੇਜ ਜਿਹੜੀ ਆ ਉਸਨੇ ਮੈਨੂੰ ਕਾਫੀ ਸਹਾਈ ਤੇ ਇੱਕ ਸਫਲ ਜਿਹੜਾ ਕੈਂਡੀਡੇਟ ਦੇ ਰੂਪ ਦੇ ਵਿੱਚ ਜਿਹੜਾ ਪੇਸ਼ ਕੀਤਾ ਜੀ। ਕਿੰਨੀ ਕੁ ਆਸ ਤੁਹਾਨੂੰ ਲੱਗਦੀ ਹੈ, ਕਿੰਨੀ ਕੁ ਉਮੀਦ ਲੱਗਦੀ ਹੈ, ਖਾਸ ਤੌਰ ਤੇ ਪੰਜਾਬੀ ਲੋਕ ਜਿਹੜੇ ਆ ਜਾਂ ਹੋਰ ਵੀ, ਕਿਉਂਕਿ ਵੋਟਾਂ ਤਾਂ ਸਾਰਿਆਂ ਨੇ ਪਾਉਣੀਆਂ ਜਿਹੜੇ ਜਿੰਨੇ ਵੋਟਰ ਹੈਗੇ, ਔਰ ਸ਼ਹਿਰ ਕਿਹੜੇ ਆਉਂਦੇ ਆ ਪੈਨਿਊਰ ਔਰ ਟਾਹੂ ਦੇ ਵਿੱਚ? ਬਿਲਕੁਲ, ਸਭ ਤੋਂ ਜਿੱਥੇ ਆਪਾਂ ਬੈਠੇ ਆ ਜੀ ਪਾਪਟੋਈ, ਇੱਥੇ ਸਭ ਤੋਂ ਸੰਘਣੀ ਵਸੋਂ ਪੰਜਾਬੀਆਂ ਦੀ ਇੱਥੇ ਆ ਪਾਪਟੋਈ ਦੇ ਵਿੱਚ। ਇਹ ਇਸ ਦੇ ਵਿੱਚ ਆਉਂਦਾ ਜੀ ਅੱਧੇ ਤੋਂ ਵੱਧ। ਫਿਰ ਇਸ ਤੋਂ ਅਗਲਾ ਸ਼ਹਿਰ ਜੀ ਇੱਥੇ ਓਟਾਹੂ ਆ, ਉਹ ਵੀ ਬਹੁਤ ਪੁਰਾਣਾ। ਪਾਪਟੋਈ ਵੀ ਬਹੁਤ ਪੁਰਾਣਾ। ਗੋਰੇ ਆ ਕੇ ਸਭ ਤੋਂ ਪਹਿਲਾਂ ਇਸ ਸ਼ਹਿਰ ਦੇ ਵਿੱਚ ਪਾਪਟੋਈ ਦੇ ਵਿੱਚ ਇੱਥੇ ਲਾਗੇ ਕੋਣੀਆਂ ਉੱਥੇ ਬੈਠੇ ਤੇ ਓਟਾਹੂ 'ਚ। ਸੋ ਇਹ ਸ਼ਹਿਰ ਇਸ ਦੇ ਵਿੱਚ ਨੇ। ਓਟਾਰਾ ਜੀ ਇੱਧਰਲੇ ਪਾਸੇ ਜਿੱਥੇ ਪੋਲੀਨੀਜ਼ੀਅਨ ਕਮਿਊਨਿਟੀ ਟਾਪੂਆਂ ਤੋਂ ਆ ਕੇ ਵਸੇ ਲੋਕ, ਉਹ ਬਹੁਤ ਹੈ। ਫਿਰ ਪੈਨਮਿਊਰ ਹੈ ਜੀ ਅੱਗੇ ਸ਼ਹਿਰ ਆਉਂਦਾ, ਜਿੱਥੇ ਕਿ ਵਰਲਡ ਵਾਰ 2 'ਚ ਜਿਹੜੇ ਲੜ ਕੇ ਆਏ ਸੀ ਸੋਲਜਰ ਜਾਂ ਉੱਥੇ ਸ਼ਹੀਦ ਹੋ ਗਏ, ਉਹਨਾਂ ਦੇ ਪਰਿਵਾਰਾਂ ਦਾ ਵਸਿਆ ਜਿਹੜਾ ਸ਼ਹਿਰ ਆ ਉਹ ਇਸ ਦੇ ਵਿੱਚ ਆ। ਸੋ ਇਹ ਸ਼ਹਿਰ ਕਾਫੀ ਵੱਡੀ ਇਲੈਕਟ੍ਰੇਟ ਹੈ ਜੀ ਤੇ ਉਸ ਦੇ ਵਿੱਚ ਆਪਾਂ ਜਿਹੜਾ ਇੱਥੋਂ ਜਿਹੜੀ ਚੋਣ ਲਾ ਰਹੇ, ਜਿਹੜਾ ਸਵਾਲ ਤੁਸੀਂ ਪੁੱਛਿਆ ਸੀ ਕਿ ਉਮੀਦਾਂ ਦੇ ਪੱਖੋਂ ਜੀ ਆਪਣੇ ਵੱਲੋਂ ਪੂਰਾ ਜੀ ਵਾਹ ਲਾ ਰਹੇ ਆ। ਸੋ ਆਪਣੇ ਲੋਕ ਜਿਹੜੇ ਆ ਜੀ ਉਹਨਾਂ ਨੇ ਬਹੁਤ ਉਤਸ਼ਾਹ ਦਿੱਤਾ ਆ, ਸਪੋਰਟ ਦਿੱਤੀ ਆ, ਉਹਨਾਂ ਵਿੱਚ ਹੀ ਵਿਚਰੇ ਆ, ਉਹਨਾਂ ਨਾਲ ਹੀ ਵਿਚਰੇ ਆ, ਉਹਨਾਂ ਲਈ ਵਿਚਰੇ ਆ। ਸੋ ਹੁਣ ਅੱਗੇ ਚੱਲ ਕੇ ਗੋਰਿਆਂ ਦੇ ਨਾਲ ਵੀ ਜੀ ਇੱਥੇ ਜਾ ਕੇ ਆਪਣੀ ਸਟੋਰੀ ਦੱਸਦਿਆਂ ਮੈਨੂੰ ਕੋਈ ਹਿਚਕਚਾਹਟ ਨਹੀਂ ਹੁੰਦੀ ਕਿ ਇਸ ਇਲੈਕਟਡ 'ਚ ਹੀ ਰਹਿ ਰਹੇ ਆ, ਪਰਿਵਾਰ ਇੱਥੇ ਵੱਡਾ ਕੀਤਾ, ਇਸ ਇਲੈਕਟਡ 'ਚ ਹੀ ਯੋਗਦਾਨ ਕਮਿਊਨਿਟੀ ਦੇ ਵਿੱਚ ਪਾਇਆ ਤੇ ਅੱਗੇ ਚੱਲ ਕੇ ਇਸ ਨੂੰ ਹੀ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਦੇ ਵਿੱਚ ਇੱਥੇ ਖੜਾ ਹੈ। ਤੁਸੀਂ ਜਦੋਂ ਲੋਕਾਂ 'ਚ ਜਾਂਦੇ ਹੋ, ਲੋਕਾਂ ਦੇ ਵਿੱਚ ਵਿਚਰਦੇ ਹੋ, ਕਿਉਂਕਿ ਓਬਵੀਅਸਲੀ ਵੋਟ ਲੈਣਾ ਹੁੰਦਾ ਨਾ, ਬੰਦੇ ਨੂੰ 100 ਚੀਜ਼ਾਂ ਦੱਸਣੀਆਂ ਪੈਂਦੀਆਂ, ਉਹਦਾ ਬਣਨਾ ਪੈਂਦਾ ਕਿ ਭਾਈ ਮੈਂ ਤੇਰੇ ਨਾਲ ਹੀ ਆ, ਮੈਂ ਤੇਰੇ ਨਾਲ ਹੀ ਆ। ਕਿਹੜੀਆਂ ਚੀਜ਼ਾਂ ਗਿਣਾਉਂਦੇ ਹੋ ਜਾ ਕੇ ਲੋਕਾਂ ਨੂੰ ਕਿ ਭਾਈ ਤੁਸੀਂ ਮੈਨੂੰ ਵੋਟ ਪਾਓ? ਜਾਂ ਮੈਂ ਸਿੱਧਾ ਜਿਹਾ ਪੁੱਛਾਂ ਵੀ ਨਵਤੇਜ ਰੰਧਾਵਾ ਹੋਣਾ ਨੂੰ ਲੋਕ ਵੋਟ ਕਿਉਂ ਪਾਉਣ? ਬਹੁਤ ਵਧੀਆ ਸਵਾਲ ਜੀ। ਸੋ ਸਭ ਤੋਂ ਪਹਿਲੋਂ ਜੀ ਤੁਸੀਂ ਆਪਣੇ ਯੋਗਤਾ, ਆਪਣਾ ਪਿਛੋਕੜ ਜ਼ਰੂਰ ਦੱਸਦੇ ਆ ਕਿ ਮੈਂ ਜਿਸ ਇਲੈਕਟਡ ਤੋਂ ਖੜਾ ਹੋ ਰਿਹਾ, ਇਸ ਇਲੈਕਟਡ ਦੇ ਵਿੱਚ ਪਿਛਲੇ 25 ਸਾਲਾਂ ਤੋਂ, ਇਸ ਤੋਂ ਪਹਿਲਾਂ ਹੈਮਿਲਟਨ ਜਿਹੜਾ ਮੈਂ ਇੱਥੇ ਯੋਗਦਾਨ ਪਾਉਂਦਾ ਆ ਰਿਹਾ, ਇੱਥੇ ਰਹਿ ਰਿਹਾ, ਇੱਥੇ ਹੀ ਰਿਜਕ ਕਮਾ ਰਿਹਾ, ਇੱਥੇ ਮੇਰੇ ਬੱਚੇ ਵੱਡੇ ਹੋਏ ਆ। ਇਹ ਸਭ ਤੋਂ ਵੱਡਾ ਇੱਕ ਪੁਆਇੰਟ ਹੁੰਦਾ ਕਿ ਮੈਂ ਇਹਨੂੰ ਇਸ ਇਲੈਕਟਡ ਨੂੰ ਡੀਪਲੀ ਲਾਗਿਓਂ ਸਮਝਦਾ। ਇਹ ਸਟਾਰਟਿੰਗ ਪੁਆਇੰਟ ਆ। ਇਸ ਦੇ ਵਿੱਚ ਮਸਲੇ ਕੀ ਆ ਉਹਨਾਂ ਨੂੰ ਜਾਣਦਾ। ਸਾਡੇ ਇੱਥੇ ਸਭ ਤੋਂ ਪਹਿਲੋਂ ਲਾਅ ਐਂਡ ਆਰਡਰ ਦੇ ਪੱਖੋਂ ਬਹੁਤ ਜ਼ਿਆਦਾ ਕ੍ਰਾਈਮ ਵਧਿਆ, ਇਹ ਬਹੁਤ ਵੱਡਾ ਇਸ਼ੂ ਆ। ਸੈਕੰਡਲੀ ਸਾਡੇ ਇੱਥੇ ਜਿਹੜਾ ਕਾਸਟ ਆਫ ਲਿਵਿੰਗ ਆ ਉਹ
ਬਹੁਤ ਕ੍ਰਾਈਸਿਸ ਦੇ ਵਿੱਚ ਆ। ਲੋਕਾਂ ਦੇ ਕੋਲ ਇੱਥੇ ਇਨਕਮ ਮੀਡੀਅਮ ਆ, ਇੰਨੇ ਅਮੀਰ ਨਹੀਂ ਆ ਇਹ ਜਿਹੜਾ ਇਲੈਕਟ੍ਰੇਟ ਆ। ਸੋ ਇਸ ਦੇ ਬਾਅਦ ਹੁਣ ਜਿੱਦਾਂ ਮਾਰਗੇਜ ਰੇਟਸ ਅਪ ਹੋਇਆ, ਲੋਕੀ ਬਹੁਤ ਸਟਰਗਲ ਕਰ ਰਹੇ ਆ, ਇਨਫਲੇਸ਼ਨ ਦੇ ਨਾਲ ਪ੍ਰਾਈਸਿਸ ਬਹੁਤ ਵਧੇ ਆ। ਉਹ ਸਾਰੇ ਫੈਕਟਰ ਤੁਸੀਂ ਕਹਿੰਦੇ ਕਿ ਹਾਂ ਮੈਂ ਵੀ ਇਸ ਨੂੰ ਸਮਝਦਾ, ਮਹਿਸੂਸ ਕਰਦਾ। ਪਲੱਸ ਹੈਲਥ ਜਿਹੜੀ ਆ ਇੱਥੇ, ਹੈਲਥ ਦੀਆਂ ਇੱਥੇ ਇਸ ਟਾਈਮ ਕ੍ਰਾਈਸਿਸ ਆ ਚੁੱਕਾ, 13 ਘੰਟੇ ਦੀ ਇੱਥੇ ਹੈਗੀ ਆ ਸਟਾਪਰ। ਹੁਣ ਚੱਲਦੇ ਆ ਕਿਉਂ ਵੋਟ ਪਾਉਣ, ਕਿ ਸਾਡੀ ਟੀਮ ਮਾਈ ਸੈਲਫ ਇਸ ਐਕਸਪੀਰੀਅੰਸ ਦੇ ਨਾਲ, ਜਿਨ੍ਹਾਂ ਲੋਕਾਂ ਕੋਲ ਲਾਈਫ ਐਕਸਪੀਰੀਅੰਸਿਸ ਆ, ਉਹਨਾਂ ਨੇ ਖੁਦ ਬਿਜ਼ਨਸ ਰਨ ਕੀਤੇ ਆ, ਉਹਨਾਂ ਦੀ ਅੰਡਰਸਟੈਂਡਿੰਗ ਡੀਪਰ ਹੈਗੀ ਆ, ਨੈਟਵਰਕ ਡੀਪਰ ਆ, ਜਿੱਥੇ ਕਿ ਜਾ ਕੇ ਉਹ ਸਲਾਹ ਵਧੀਆ ਲੈ ਸਕਦੇ ਆ, ਉਹ ਸਾਡੀ ਟੀਮ ਕੋਲ ਆ। ਜਦੋਂ ਵੀ ਇਸ ਮੁਲਕ ਦੇ ਉੱਤੇ ਭੀੜ ਪਈ ਆ, ਲੋਕਾਂ ਨੇ ਨੈਸ਼ਨਲ ਪਾਰਟੀ ਚੂਜ਼ ਕੀਤੀ ਆ, ਕਿਉਂਕਿ ਇਸੇ ਕਰਕੇ ਇਹ ਟਰੈਕ ਰਿਕਾਰਡ ਆ ਕਿ ਇਸ ਮੁਲਕ ਦੀ ਰਾਜਨੀਤਿਕ ਜਿਹੜੀਆਂ ਪਾਰੀਆਂ, ਉਹਨਾਂ ਸਭ ਤੋਂ ਵੱਧ ਪਾਰੀਆਂ ਨੈਸ਼ਨਲ ਪਾਰਟੀ ਨੇ ਇੱਥੇ ਨਿਭਾਈਆਂ, ਕਿਉਂਕਿ ਇਹ ਲੋਕਾਂ ਦੀ ਹੋ ਨਿਬੜੀ ਆ, ਕਾਮੇ ਦੀ ਹੋ ਨਿਬੜੀ ਆ। ਸੋ ਮੈਂ ਖੁਦ ਜਿਹੜਾ ਕੰਮ ਕਰਦਾ, ਰਿਜ਼ਕ ਕਮਾ ਕੇ ਆਪਣੇ ਪਰਿਵਾਰ ਦੇ ਨਾਲ, ਜਿਹੜੇ ਸਾਡੇ ਇੱਥੇ ਆ ਟੀਮ ਮੈਂਬਰਸ ਆ, ਉਹਨਾਂ ਦੇ ਨਾਲ ਸ਼ੇਅਰ ਕਰਦਾ। ਸੋ ਆਈ ਅੰਡਰਸਟੈਂਡ ਕਿ ਇੱਥੇ ਕਮਾਈਆਂ ਕਿੱਦਾਂ ਹੁੰਦੀਆਂ, ਪਰਿਵਾਰ ਪਾਲਦੇ ਆ, ਇਸ਼ੂ ਸਕੂਲਾਂ ਦੇ ਵਿੱਚ ਕੀ ਆ, ਆਈ ਅੰਡਰਸਟੈਂਡ। ਠੀਕ ਹੈ ਜੀ, ਕੰਮ ਕਰਦਿਆਂ ਤੋਂ ਲੈ ਕੇ ਕਮਿਊਨਿਟੀ ਦੇ ਵਿੱਚ ਇਸ਼ੂ ਕੀ ਆ, ਉਹ ਮੈਂ ਅੰਡਰਸਟੈਂਡ ਕਰਦਾ। ਇਸ ਕਰਕੇ ਆਮ ਬੈਟਰ ਕੈਂਡੀਡੇਟ। ਤੁਸੀਂ ਲੋਕਾਂ ਨੂੰ, ਕਿਉਂਕਿ ਜਿੱਥੋਂ ਦੀ ਪੋਲਿਟਿਕਸ ਅਸੀਂ ਦੇਖਦੇ ਹਾਂ ਖਾਸ ਤੌਰ ਤੇ ਇੰਡੀਆ ਦੀ, ਉੱਥੇ ਇਹ ਹੈ ਕਿ ਦੂਜੇ ਨੂੰ ਗਾਲਾਂ ਵੱਧ ਕੱਢੀਆਂ ਜਾਂਦੀਆਂ, ਸਾਹਮਣੇ ਵਾਲੇ ਨੂੰ ਜਿਹੜਾ ਸਾਹਮਣੇ ਹੁੰਦਾ। ਕਿ ਤੁਸੀਂ ਇੱਥੋਂ ਦੀ ਪੋਲਿਟਿਕਸ ਬਾਰੇ ਮੈਂ ਥੋੜਾ ਜਿਹਾ ਜਾਣਨਾ ਚਾਹੁੰਦਾ, ਲੋਕ ਵੀ ਜਾਣਨਾ ਜ਼ਰੂਰ ਚਾਹੁੰਦੇ ਹੋਣਗੇ ਕਿ ਇਸੇ ਤਰੀਕੇ ਦੇ ਨਾਲ ਇੱਥੋਂ ਦੇ ਜਾਂ ਕਮੀਆਂ ਦੇ ਤੌਰ ਤੇ ਮੈਂ ਪੁੱਛਾਂ ਵੀ ਲੋਕਾਂ ਨੂੰ ਤੁਸੀਂ ਕਮੀਆਂ ਵੀ ਗਿਣਾਉਂਦੇ ਹੋਣਗੇ, ਭਾਈ ਫਲਾਨੀ ਲੇਬਰ ਪਾਰਟੀ ਨੇ ਤਾਂ ਜੀ ਆਹ ਕੁਛ ਕੀਤਾ, ਦੇਖੋ ਇੰਨਾ ਨੁਕਸਾਨ ਹੋ ਗਿਆ ਜਾਂ ਫਲਾਨਾ, ਉਹ ਚੀਜ਼ਾਂ ਕੀ ਆ? ਕਿਸੇ ਹੱਦ ਤੱਕ ਇੱਥੇ ਹੁੰਦਾ, ਪਰ ਇੱਥੇ ਪਰਸਨਲ ਨਹੀਂ ਹੁੰਦਾ। ਤੁਸੀਂ ਪਾਲਿਸੀ ਤੱਕ ਰਹਿੰਦੇ ਆ। ਇਸ ਦੇ ਵਿੱਚ ਪਰਫਾਰਮੈਂਸ ਇਸ ਮੁਲਕ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀ ਆ। ਕਿ ਤੁਸੀਂ ਸਭ ਤੋਂ ਇੰਪੋਰਟੈਂਟ ਜਿਹੜੀ ਇੱਥੇ ਅਦਾਰਾ ਆ, ਪਲੇਟਫਾਰਮ ਆ, ਉਸ ਦੇ ਵਿੱਚ ਜਦੋਂ ਇਹ ਰੋਲ ਲਿਆ ਤੇ ਕੀ ਮੈਨੀਫੈਸਟੋ ਲੈ ਕੇ ਤੁਸੀਂ ਲਿਆ ਸੀਗਾ, ਤੇ ਆਊਟਕਮ ਕੀ ਆ। ਗੱਲਾਂ ਇੱਕ ਪਾਸੇ ਰੱਖ ਦਿਓ, ਆਊਟਕਮ ਦੱਸੋ, ਰਿਜ਼ਲਟ ਦੱਸੋ, ਆਊਟਕਮ ਨਹੀਂ ਬੋਲਣਾ। ਇਹਦੇ ਵਿੱਚ ਇਹ ਮੁਲਕ ਦੇ ਵਿੱਚ ਤੁਸੀਂ ਪਰਫਾਰਮੈਂਸ ਬੇਸਡ ਇਹ ਇਕੋਨਮੀਜ਼ ਹੈਗੀਆਂ, ਜਿੱਥੇ ਫੋਰ ਐਗਜ਼ਾਮਪਲ ਇਸ ਟਾਈਮ ਆਪਾਂ ਗੱਲ ਕਰੀਏ ਕਿ ਇੰਨੇ ਘਰ ਬਣਨੇ ਸੀ 100,000 ਤੋਂ ਉੱਪਰ, ਪਰ ਬਹੁਤ ਘੱਟ ਬਣੇ ਆ। ਇਹ ਗੱਲ ਅਸੀਂ ਖੁੱਲ ਕੇ ਕਹਿੰਦੇ ਆ। ਜਿਹੜਾ ਕ੍ਰਾਈਮ ਰੇਟ ਹੈ ਜੀ ਥਰੂ ਦਾ ਰੂਫ ਚਲ ਗਿਆ ਹੈ। ਸੀਰੀਅਸ ਕ੍ਰਾਈਮ ਰੇਟ 175% ਜਿਹੜਾ ਇਸ ਟਾਈਮ ਉਹ ਆਪਿਆ, ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨੰਬਰ ਆ। ਫਿਰ ਰੈਮ ਰੇਟਸ ਜਿਹੜੀਆਂ 600% ਅਪ ਹੋਈਆਂ, ਜੋ ਆਪਣੇ ਆਪ ਦੇ ਵਿੱਚ ਥਰੂ ਦਾ ਰੂਫ ਆ। ਪੁਲਿਸ ਨੰਬਰ ਘੱਟ ਆ, ਗੈਂਗ ਨੰਬਰ ਵੱਧ ਆ। ਸੋ ਇਹ ਸਾਰੇ ਤੁਸੀਂ ਅੰਕੜੇ ਜਿਹੜੇ ਔਨ ਦਾ ਫੈਕਟ ਬੇਸ ਜਦੋਂ ਦੱਸਦੇ ਆ, ਤੇ ਇਨ ਟਰਮਸ ਆਫ ਕੀ ਇਕੋਨਮੀ ਦੀ ਓਵਰਆਲ ਮੈਨੇਜਮੈਂਟ ਦੇ ਵਿੱਚ ਇਨਫਲੇਸ਼ਨ ਅਪ, ਸਾਡੇ ਆਪਣੇ ਇੰਟਰਸਟ ਰੇਟਸ ਅਪ, ਸਾਡਾ OCR ਜਿਹੜਾ ਉਹ ਵੱਧਿਆ। ਇਹ ਸਾਰਿਆਂ ਦੇ ਵਿੱਚ ਜਿਹੜੀ ਟੀਮ ਨੂੰ ਇਹ ਮੌਕਾ ਦਿੱਤਾ ਸੀ, ਉਹ ਇਸ ਦੇ ਵਿੱਚ ਨਹੀਂ ਸਫਲ ਹੋਈ। ਸੋ ਇਟਸ ਬੈਟਰ ਕਿ ਹੁਣ ਇਸ ਕੰਟਰੀ ਨੂੰ ਆਪਾਂ ਸਾਰੇ ਪਿਆਰ ਕਰਦੇ ਆ, ਫਿਰ ਉਹ ਇੱਕ ਹੋਰ ਨੂੰ ਮੌਕਾ ਦਿੱਤਾ ਜਾਵੇ, ਉਹ ਆ ਕੇ ਇਸ ਨੂੰ ਆਪਣੇ ਤਰੀਕੇ ਦੇ ਨਾਲ, ਬੈਟਰ ਢੰਗ ਦੇ ਨਾਲ ਚਲਾ ਸਕੇ। ਅਸੀਂ ਇਦਾਂ ਹੀ ਇੱਥੇ ਪੋਲਿਟਿਕਸ ਜਿਹੜੀ ਆ ਉਸ ਨੂੰ ਇੱਕ ਰੂਪ ਚ ਪੇਸ਼ ਕਰਦੇ ਆ। ਤੁਸੀਂ MP ਬਣ ਜਾਂਦੇ ਹੋ ਮੰਨ ਲਓ, ਔਰ ਆਪਦੇ ਹਲਕੇ ਲਈ ਕੀ ਕੁਝ ਕਰਨਾ, ਔਰ ਨਾਲ ਹੀ ਜੇ ਤੁਹਾਡੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਮੰਨ ਲਓ, ਤਾਂ ਤੁਸੀਂ ਕਿਹੜੀਆਂ ਚੀਜ਼ਾਂ ਸੋਚ ਰਹੇ ਹੋ ਵੀ ਆਹ ਚੀਜ਼ਾਂ ਤਾਂ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ? ਹਾਂਜੀ, ਸਭ ਤੋਂ ਪਹਿਲੋਂ ਜੀ ਇਸ ਮੁਲਕ ਦੇ ਵਿੱਚ ਡਿਸਪਲਿਨਡ ਅਪਰੋਚ ਦੇ ਨਾਲ ਇਕੋਨਮੀ ਜਿਹੜੀ ਆ ਇਹ ਕੰਟਰੀ ਦੀ ਬੈਕ ਔਨ ਟਰੈਕ ਲਿਆਉਣ ਦੀ ਜ਼ਰੂਰਤ ਹੈ। ਅਸੀਂ ਕਰਜ਼ੇ 'ਚ ਬਹੁਤ 25.7% GDP ਜਿਹੜੀ ਇਸ ਟਾਈਮ ਕਰਜ਼ਾ ਇੰਨਾ ਸਾਡੇ ਸਿਰ ਚੜਿਆ ਆ। ਇਹ ਜਦੋਂ ਅਸੀਂ 6 ਸਾਲ ਪਹਿਲੋਂ ਆਪਣੇ ਸਿਰਫ 4% ਸੀ, ਹੁਣ ਉਸ ਨੂੰ ਘੱਟ ਲੈ ਕੇ ਆਉਣਾ ਇਹ ਸਾਡੇ ਲਈ, ਹੋਰ ਬਾਕੀ ਸਾਰੇ ਫੈਕਟਰ ਪਿੱਛੇ ਪੈ ਜਾਂਦੇ ਆ। ਜਦ ਤੱਕ ਇਕੋਨਮੀ ਔਨ ਟਰੈਕ ਨਹੀਂ ਆਉਂਦੀ ਤਦ ਤੱਕ ਕੁਝ ਵੀ ਸੰਭਵ ਨਹੀਂ ਹੈਗਾ। ਕਿਸੇ ਨੂੰ ਜਿਹੜੀ ਰਾਹਤ ਉਦੋਂ ਹੀ ਆਉਣੀ ਆ ਜਦੋਂ ਇਹ ਵੱਡੇ ਮੈਕਰੋ ਫੈਕਟਰ, ਫਿਰ ਘਰ ਅਫੋਰਡੇਬਲ ਜਿਹੜੇ ਆ ਉਹ ਇੰਪੋਰਟੈਂਟ। ਲਾਅ ਐਂਡ ਆਰਡਰ ਦੇ ਵਿੱਚ ਅਸੀਂ ਸਖਤ ਜਿਹੜੇ ਆ ਥੋੜੇ ਕਾਨੂੰਨ ਲੈ ਕੇ ਆਉਣੇ, ਜਿਹਦੇ ਨਾਲ ਜਿਹੜੇ ਲੁੱਟਣ ਆ ਰਹੇ ਉਹਨਾਂ ਨੂੰ ਡਰ ਤਾਂ ਹੋਵੇ, ਤੇ ਜਿਹੜੇ ਲੁੱਟ ਹੋ ਰਿਹਾ ਉਹਨਾਂ ਨੂੰ ਤਾਂ ਸਹਾਇਤਾ ਹੋਵੇ। ਇੱਕ ਚੀਜ਼ ਮੈਂ ਇੱਥੇ ਜ਼ਰੂਰ, ਤੁਹਾਡੀ ਗੱਲ ਚੱਲ ਰਹੀ ਇਹਦੇ ਵਿੱਚ ਇੱਕ ਸਵਾਲ ਜ਼ਰੂਰ ਲੈਣਾ ਚਾਹੁੰਦਾ, ਕਿਉਂਕਿ ਮੈਂ ਜਿੰਨੇ ਕੁ ਲੋਕਾਂ 'ਚ ਵਿਚਰਿਆ ਕਹਿੰਦੇ ਕਿ ਕ੍ਰਾਈਮ ਕਰਕੇ ਚੱਲ ਜਾਂਦਾ ਬੰਦਾ, ਪੁਲਿਸ ਨੂੰ ਫੋਨ ਕਰਦੇ ਆ, ਇਸ ਸਿਸਟਮ ਦੇ ਉੱਪਰ ਜ਼ਰੂਰ ਲੋਕ ਥੋੜਾ ਜਿਹਾ ਨਾਰਾਜ਼ ਨੇ। ਬਿਲਕੁਲ, ਇਹਨੂੰ ਸੌਫਟ ਔਨ ਕ੍ਰਾਈਮ ਅਪਰੋਚ ਹੈ ਜੀ ਕਹਿੰਦੇ।
ਅਸੀਂ ਇਸ ਦੇ ਵਿੱਚ ਕਹਿੰਦੇ ਆ ਕਿ ਜਿਹੜਾ ਹੋ ਕੀ ਰਿਹਾ ਕਿ 18 ਸਾਲ ਤੋਂ ਘੱਟ ਉਮਰ ਵਾਲਾ ਕ੍ਰਾਈਮ ਕਰ ਰਿਹਾ, ਕਰਵਾ ਜਿਹੜਾ ਵੱਡੀ ਉਮਰ ਵਾਲਾ ਉਹ ਤੁਰਿਆ। ਹਾਂਜੀ, ਇਹ ਕੋਈ ਕੋਇਨਸੀਡੈਂਸ ਨਹੀਂ ਕਿ ਬਾਰ-ਬਾਰ ਜਿਹੜਾ ਲੁਟੇਰਾ ਆ ਰਿਹਾ ਉਹ 18 ਸਾਲ ਤੋਂ ਘੱਟ ਹੀ ਆ ਰਿਹਾ। ਹਾਂਜੀ, ਇਹ ਇੱਕ ਇਤਫਾਕ ਤਾਂ ਨਹੀਂ ਹੈਗਾ। ਉਸ ਦੇ ਵਿੱਚ ਉਹਨੂੰ ਪਤਾ ਕਿ ਜਦੋਂ ਮੈਂ ਇਸ ਘੱਟ ਉਮਰ ਦੇ ਵਿੱਚ ਆਇਆ ਮੈਨੂੰ ਹੱਥ ਨਹੀਂ ਜ਼ਿਆਦਾ ਲਾ ਸਕਦੇ, ਕਾਨੂੰਨ ਸੌਫਟ ਆ। ਅਸੀਂ ਕਹਿਣਾ ਕਿ ਜੇ 3 ਵਾਰੀ ਇਹ ਬੰਦਾ ਆ ਗਿਆ ਨਾ ਯੰਗ, ਫਿਰ ਇਹਨੂੰ ਸਿਸਟਮ ਚੋਂ ਬਾਹਰ ਕੱਢਣਾ ਹੈ, ਫਿਰ ਇਹਨੂੰ ਰੀਹੈਬਿਲਿਟੇਸ਼ਨ ਚ ਅਸੀਂ ਭੇਜਣਾ, ਇਹਨੂੰ ਕੈਂਪ ਦੇ ਵਿੱਚ ਭੇਜ ਕੇ ਕਹਿਣਾ ਕਿ ਭਲਿਆ ਲੋਕਾਂ, ਤੇਰੇ ਮਾਂ-ਬਾਪ ਨੇ ਜੇ ਤੈਨੂੰ ਵਧੀਆ ਪਰਵਰਿਸ਼ ਨਹੀਂ ਦਿੱਤੀ, ਅਸੀਂ ਇਸ ਦੇ ਵਿੱਚ ਹੈਲਪ ਕਰਾਂਗੇ, ਤੈਨੂੰ ਦੁਬਾਰਾ ਸੁਸਾਇਟੀ ਚ ਇੰਟੀਗ੍ਰੇਟ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਤੂੰ ਫਿਰ ਨਹੀਂ ਹੋਇਆ ਫਿਰ ਪ੍ਰਿਜ਼ਨ ਖੜੀ ਆ। ਸੋ ਇਸ ਅਪਰੋਚ ਦੇ ਨਾਲ ਸੇਫਟੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ, ਕਿਉਂਕਿ ਜੇ ਜਿਵੇਂ ਤੁਸੀਂ ਕਿਹਾ ਜਿਹੜੇ ਸਕਿਲਡ ਨਵੇਂ ਮਾਈਗ੍ਰੈਂਟ ਇਸ ਮੁਲਕ ਚ ਆ ਰਿਹਾ, ਜੇ ਉਹ ਸੇਫ ਹੀ ਨਹੀਂ ਫੀਲ ਕਰਨਗੇ, ਮਿਹਨਤ ਕਦ ਲਈ ਕਰਨਗੇ? ਉਹ ਕਹਿਣਗੇ ਇੱਥੋਂ ਚੱਕੋ ਸਾਰਾ ਕੁਝ ਤੇ ਜੋ ਹੋ ਰਿਹਾ ਆਸਟ੍ਰੇਲੀਆ ਚਲੀਏ। ਅੱਜ ਦੀ ਡੇਟ ਚ ਬਹੁਤ ਆਪਣੇ ਮਿਹਨਤੀ ਲੋਕ ਜਿਨ੍ਹਾਂ ਨੇ ਇੱਥੇ ਪਹਿਲੋਂ ਘਰ ਲੈ ਸਟੈਬਲਿਸ਼ ਕੀਤਾ, ਉਹ ਕਹ ਰਹੇ ਯਾਰ ਸਾਨੂੰ ਮਾਯੂਸੀ ਮਹਿਸੂਸ ਹੋ ਰਹੀ ਕਿਉਂਕਿ ਸੇਫਟੀ ਹੈ ਨਹੀਂ ਸਾਡੇ ਪਰਿਵਾਰ ਦੀ, ਸਾਡੇ ਬਿਜ਼ਨੈਸਿਸ ਦੀ ਸੇਫਟੀ ਰਿਸਕ ਕਾਹਦੇ ਲਈਏ? ਉਸ ਨੂੰ ਬਰਕਰਾਰ ਕਰਨਾ, ਬਹਾਲ ਕਰਨਾ ਬਹੁਤ ਜ਼ਰੂਰੀ ਹੈ। ਇਹ ਸਾਡਾ ਪਹਿਲਾ ਆਪਣੀ ਕਮਿਊਨਿਟੀ ਦੇ ਲਈ ਵੀ ਇੱਕ ਜਿਹੜਾ ਮੇਰਾ ਨਿੱਜੀ ਤੌਰ ਦੇ ਉੱਤੇ ਰਹੇਗਾ। ਫਿਰ ਸਾਡੇ ਕਮਿਊਨਿਟੀ ਦੇ ਵਿੱਚ ਵਧੀਆ ਜਿੱਥੇ ਅਸੀਂ ਰਹਿ ਰਹੇ, ਜਿੱਦਾਂ ਇੱਥੇ ਆ ਸਕੂਲ ਜਿਹੜੇ ਇੰਨੇ ਵਧੀਆ ਨਹੀਂ, ਸਾਨੂੰ ਜਿੱਦਾਂ ਹੀ ਸਾਡਾ ਬੱਚਾ ਜਿਹੜਾ ਇੰਟਰਮੀਡੀਏਟ ਏਜ ਦਾ ਹੁੰਦਾ, ਸਾਨੂੰ ਸਭ ਕੁਝ ਵੇਚ ਕੇ ਉਹਨਾਂ ਇਲਾਕਿਆਂ ਜਾਣਾ ਪੈਂਦਾ ਜਿੱਥੇ ਮਹਿੰਗੇ ਘਰ, ਲੇਕਿਨ ਸਾਡੇ ਬੰਦਿਆਂ ਦੀ ਵਸੋਂ ਘੱਟ ਆ ਤੇ ਉਹ ਉੱਥੇ ਜਾ ਕੇ ਸਾਨੂੰ ਲੈਣਾ ਪੈਂਦਾ। ਇੱਥੇ ਸਕੂਲਾਂ ਦੀ ਬਿਹਤਰੀ ਉਹ ਇੰਪੋਰਟੈਂਟ ਹੈ। ਹੈਲਥ ਬਹੁਤ ਵੱਡਾ ਇਸ਼ੂ ਆ ਸਾਡੀ ਕਮਿਊਨਿਟੀ ਦੇ ਵਿੱਚ, ਐਪੀਡੈਮਿਕ ਆ, ਖਾਸ ਕਰਕੇ ਤੁਸੀਂ ਲਈਏ ਡਾਇਬਟੀਜ਼ ਤੋਂ ਲੈ ਕੇ ਮੇਲ ਜਿਹੜੇ ਨੇ ਉਹਨਾਂ ਦੇ ਵਿੱਚ, ਲੇਕਿਨ 13-14 ਘੰਟੇ ਦੀਆਂ ਕਿਹੜਾ ਵੇਟਾਂ ਕਰਦਾ ਰਹੇ, ਕਿਹੜਾ ਸਰਜਰੀਆਂ 6-6 ਮਹੀਨੇ ਵੇਟ ਕਰਦਾ ਰਹੇ? ਜਿਹੜੇ ਲੋਕੀ ਕੰਮ ਕਰਨ ਨੂੰ ਤਿਆਰ ਆ ਉਹ ਕਹਿੰਦੇ ਉਹਨਾਂ ਨੂੰ ਲੈ ਕੇ ਨਹੀਂ ਆਉਣਾ ਇੱਥੇ ਹਜੇ। ਸੋ ਇਮੀਗ੍ਰੇਸ਼ਨ ਦੇ ਪੱਖੋਂ ਰਾਈਟ ਸੈਟਿੰਗ, ਇਹਨੂੰ ਸੈਟਿੰਗਾਂ ਰਾਈਟ ਕਰਨੀਆਂ, ਸਕਿਲਡ ਮਾਈਗ੍ਰੈਂਟ ਖਾਸ ਕਰਕੇ ਨਰਸਿਸ ਜਿਹੜੀਆਂ ਜੀ ਉਹਨਾਂ ਨੂੰ ਇੱਥੇ ਕਰਨਾ, ਡਾਕਟਰ ਅਸੀਂ ਤੇ ਟੀਚਰਸ ਜਿਹੜੇ ਆ ਤਾਂ ਕਿ ਉਹ ਵਧੀਆ ਪੜ੍ਹਾ ਸਕਣ। 40% ਟਰੂਐਂਸੀ ਇਸ ਮੁਲਕ ਦੇ ਵਿੱਚ ਇਸ ਟਾਈਮ, 40% ਬੱਚੇ ਸਕੂਲ ਹੀ ਨਹੀਂ ਜਾਂਦੇ, 100 ਦੇ ਵਿੱਚੋਂ 40 ਬੱਚੇ ਸਕੂਲ ਹੀ ਨਹੀਂ ਜਾਂਦੇ। ਭਵਿੱਖ ਕੀ ਬਣੂਗਾ ਸਾਡਾ? ਸੋ ਉਸ ਭਵਿੱਖ ਨੂੰ ਵਧੀਆ ਕਰਨ ਦੇ ਲਈ ਇੰਪੋਰਟੈਂਟਲੀ ਅਸੀਂ ਬੈਕ ਟੂ ਦਾ ਬੇਸਿਕਸ ਐਜੂਕੇਸ਼ਨ ਪਾਲਿਸੀ ਰਿਲੀਜ਼ ਕੀਤੀ ਆ ਕਿ ਬੱਚਿਆਂ ਨੂੰ ਜੋ ਕੁਝ ਮਰਜ਼ੀ ਹੋ ਜਾਵੇ, ਕਲਾਸ ਦੇ ਵਿੱਚ ਮੈਥਸ, ਇੰਗਲਿਸ਼ ਇਹ ਪੜ੍ਹਾਈ ਜਾਊਗੀ ਤੇ ਫਨੈਟਿਕਸ ਦੇ ਵਿੱਚ ਪੜ੍ਹਾਈ ਜਾਊਗੀ ਤਾਂ ਕਿ ਉਹਨਾਂ ਨੂੰ ਰੀਡਿੰਗ ਦੇ ਵਿੱਚ ਆਸਾਨੀ ਹੋਵੇ, ਜੋ ਕਿ ਪਹਿਲੋਂ ਇੱਥੇ ਕੀਤੀ ਜਾਂਦੀ ਸੀ ਤੇ ਵਧੀਆ ਪ੍ਰਾਈਵੇਟ ਸਕੂਲਾਂ 'ਚ ਕੀਤੀ ਜਾਂਦੀ। ਹੁਣ ਅਸੀਂ ਕਿਹਾ ਅਸੀਂ ਪੈਸੇ ਵੱਧ ਦੇ ਕੇ ਟੀਚਰਾਂ ਨੂੰ ਵੀ ਵਧੀਆ ਅਸੀਂ ਰੱਖਣਾ, ਨਾਲੇ ਪਲੱਸ ਇੱਥੇ ਇਹ ਟੀਚਰ ਆ ਸਾਰਾ ਸਿਖਾਉਣਗੇ ਤੇ ਕ੍ਰਾਸ ਦਾ ਬੋਰਡ ਜੱਜਮੈਂਟ ਹੋਊਗੀ, ਸਿਰਫ ਇੱਕ ਸਕੂਲ ਦੀ ਨਹੀਂ ਸਾਰਿਆਂ ਦੀ, ਕਿ ਬਾਕੀਆਂ ਦੇ ਮੁਕਾਬਲੇ ਸਕੂਲ ਕਿੱਦਾਂ ਚੱਲ ਰਿਹਾ। ਇਹ ਨਹੀਂ ਕਿ ਤੁਸੀਂ ਆਪਣੀ ਜਿਹੜੀ ਪਰਫਾਰਮੈਂਸ ਆਪਣੇ ਸਕੂਲ ਨਾਲ ਹੀ ਕਰੀ ਚਲੋ, ਜੋ ਕਿ ਇਸ ਟਾਈਮ ਹੋ ਰਿਹਾ। ਲੋਕ ਤੁਹਾਡੀਆਂ ਗੱਲਾਂ ਤੇ ਯਕੀਨ ਕਰਨਗੇ? ਲੋਕੀ ਪਰਫਾਰਮੈਂਸ ਤੇ ਯਕੀਨ ਕਰਦੇ ਆ ਜੀ, ਸੋ ਬਿਲਕੁਲ ਕਰਨਗੇ ਕਿਉਂਕਿ ਲੋਕਾਂ ਨੇ ਉਹਦੀ ਆਊਟਕਮ, ਲੋਕਾਂ ਨੂੰ ਜਿਹੜੀ ਚੀਜ਼ ਤੁਸੀਂ ਤੇ ਚਲੋ ਪੋਲਿਟਿਕਸ ਦੇ ਵਿੱਚੋਂ ਹੁਣ ਪੋਲੀਟੀਸ਼ੀਅਨ ਬਣ ਗਏ ਹੋ, ਔਰ ਜਾਂ ਲੋਕ ਵੀ ਆਮ ਲੋਕ ਮਹਿਸੂਸ ਕਰਨ ਲੱਗ ਗਏ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ, ਔਰ ਇਸ ਦੀਆਂ ਉਹਨਾਂ ਦੇ ਦਿਲ ਨੂੰ ਲੱਗਦੀਆਂ ਜਾ ਕੇ? ਐਬਸੋਲੂਟਲੀ ਵਿਕਰਮ, ਇਹਦੇ ਵਿੱਚ ਇੰਪੋਰਟੈਂਟ ਗੱਲ ਹੈ ਕਿ ਇਸ ਮੁਲਕ ਦੇ ਵਿੱਚ ਇਹ ਫਰਸਟ ਵਰਲਡ ਕੰਟਰੀ ਆ। ਇਸ ਮੁਲਕ ਦੇ ਜਿਹੜੇ ਬੈਰੋਮੀਟਰ, ਜਿਹੜੇ ਮੁੱਢਲੇ ਜਿਹੜੇ ਢਾਂਚੇ ਦੇ ਨਾਲ ਜਦੋਂ ਤੁਸੀਂ ਕਹ ਲਓ ਛੇੜਛਾੜ ਹੋ ਕੇ ਪਰਫਾਰਮੈਂਸ ਡਿੱਗਦੀ ਆ, ਉਸ ਦੇ ਵਿੱਚ ਫਿਰ ਲੋਕੀ ਓਵਰਆਲ ਮਹਿਸੂਸ ਕਰਨ ਲੱਗ ਪੈਂਦੇ ਕਿ ਇਹ ਕੰਟਰੀ ਰਹਿਣ ਦੇ ਲਈ ਬੈਟਰ ਨਹੀਂ ਹੈਗੀ, ਕਿਉਂਕਿ ਕੰਪੀਟੀਸ਼ਨ ਗਲੋਬਲੀ ਆ। ਇੱਥੋਂ ਸਾਰਿਆਂ ਨੇ ਆਪਣੇ ਭਾਂਡੇ ਵੇਚੇ ਨਹੀਂ। ਇਹ ਤੁਸੀਂ ਕਹਿ ਲਓ ਅੱਜ ਕਿ ਮੈਂ ਜੀ ਛੱਡ ਦਿੱਤਾ ਇਹ ਮੁਲਕ, ਹਫਤੇ ਨੂੰ ਜੇ ਤੁਸੀਂ ਕਹਿਤਾ ਨਾ ਮੇਰਾ ਆਕਸ਼ਨ ਕਰਾ ਦਿਓ 4 ਦਿਨਾਂ ਦੇ ਵਿੱਚ ਤੇ 5ਵੇਂ ਦਿਨ ਮੈਂ ਜਹਾਜ਼ ਫੜਨਾ, ਬੰਦੇ ਕਹਿਣਗੇ 5 ਛੱਡ, ਤੂੰ 3 ਦਿਨਾਂ 'ਚ ਮੈਂ ਆਕਸ਼ਨ ਕਰਾ ਕੇ ਤੈਨੂੰ ਜਹਾਜ਼ੇ ਚਾੜ ਦਿੰਨਾ। ਇੱਥੇ ਸਿਸਟਮ ਇੰਨਾ ਜ਼ਿਆਦਾ ਫਲੂਇਡ ਆ। ਸੋ ਇਸ ਕਰਕੇ ਇੱਥੇ ਲੋਕੀ ਜਿਹੜੇ ਆ ਢਾਂਚੇ ਨੂੰ ਲੈ ਕੇ ਇੱਥੇ ਆ ਜਿਹੜੇ ਫੈਕਟਰਸ ਆ ਉਹਨਾਂ ਨੂੰ ਟਰਾਂਸਪੇਰੈਂਸੀ ਦੇ ਪੱਖੋਂ ਦੇਖਦੇ ਆ ਕਿ ਵਾਕਈ ਅੰਕੜੇ ਜਿਹੜੇ ਆਪਣੇ ਜਿਹੜੇ ਹੈਗੇ ਆ ਲਾਅ ਐਂਡ ਆਰਡਰ ਦੇ ਉਹ ਮਾੜੇ ਹੋਏ ਆ, ਵਾਕਿਆ ਹੀ ਸਾਡੇ ਖਰਚੇ ਜਿਹੜੇ ਇੱਥੇ ਵਧੇ ਆ, ਵਾਕਿਆ ਹੀ ਇੱਥੇ ਸਕੂਲਾਂ ਦੀ ਜਿਹੜੀ ਪਰਫਾਰਮੈਂਸ ਜਿਹੜੀ ਉਹ ਥੱਲੇ ਗਈ, ਕਿਉਂਕਿ ਉਹ ਇਸ ਸਾਰੇ ਨੂੰ ਓਵਰਆਲ ਜਿਹੜਾ ਆ ਮਹਿਸੂਸ ਕਰਦੇ ਆ ਤੇ ਉਹਨੂੰ ਚੇਂਜ ਕਰਨ ਦੇ ਵਿੱਚ
ਇਹ ਮੁਲਕ ਵਨ ਆਫ ਦਾ ਮੋਸਟ ਓਨੈਸਟ ਮੁਲਕ ਆ। ਇਹ ਮੈਂ ਗੱਲ ਇੱਕ ਹੋਰ ਕਹਿਣਾ ਚਾਹੂੰਗਾ, ਦੁਨੀਆ ਦੇ ਵਿੱਚ ਜਿਹੜੇ ਮੁਲਕ ਅਸੀਂ ਵਿਚਰਦੇ ਆ ਉਹਨਾਂ ਦੇ ਵਿੱਚ ਵਨ ਆਫ ਦਾ ਮੋਸਟ ਓਨੈਸਟ ਮੁਲਕ ਆ। ਜਿਹੜੇ ਵੀ ਅਦਾਰਿਆਂ 'ਚ ਲੋਕੀ ਇੱਥੇ ਹੈਗੇ ਆ 90% ਉਹ ਲੋਕ ਜੋ ਕਿ ਕਹਿੰਦੇ ਆ ਉਹ ਕਰਦੇ ਆ। ਸੋ ਇਸ ਕਰਕੇ ਉਹ ਚਾਹੁੰਦੇ ਸਾਰੇ ਕਿ ਇਹ ਮੁਲਕ ਜਿਹੜਾ ਵਧੀਆ ਰਹੇ। ਇੱਕ ਦੋ ਚੀਜ਼ਾਂ ਛੋਟੀਆਂ ਹੋਰ ਮੈਂ ਜਾਣਨਾ ਚਾਹੁੰਦਾ। ਇੱਕ ਤਾਂ ਪਹਿਲਾਂ ਇਹ ਦੱਸ ਦਿਓ ਕਿ ਵੋਟ ਕੌਣ ਪਾਸ ਸਕਦਾ? ਵੈਰੀ ਗੁੱਡ ਕੁਐਸਚਨ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਜਿਵੇਂ ਪਤਾ ਲੱਗ ਜੂਗਾ। ਹਾਂਜੀ, ਬਹੁਤ ਵਧੀਆ ਸਵਾਲ। ਸੋ ਵੋਟ ਇੱਥੇ ਨਿਊਜ਼ੀਲੈਂਡ ਦਾ ਸਿਟੀਜ਼ਨ ਤੇ ਪਰਮਨੈਂਟ ਰੈਜ਼ੀਡੈਂਟ ਜਿਹੜਾ ਇੱਥੇ ਪਾ ਸਕਦਾ, ਸਿੱਧੇ ਤੌਰ ਜਿਹੜਾ ਪੀਆਰ ਹੋਇਆ ਸਿਟੀਜ਼ਨ। ਹਾਂਜੀ, ਇੱਕ ਬੜਾ ਵੱਡਾ ਇੰਪੋਰਟੈਂਟ ਹੈਗਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੇ ਸੁੱਖ ਨਾਲ ਪਾਥਵੇ ਟੂ ਰੈਜ਼ੀਡੈਂਟ ਜਿਹੜੇ ਹੁਣ ਪੱਕੇ ਹੋਏ ਆ, ਉਹ ਕਹਿੰਦੇ ਕਿ ਸਾਨੂੰ ਸਿਟੀਜ਼ਨਸ਼ਿਪ ਹੋਣ ਤੱਕ ਦੀ ਵੇਟ ਕਰਨੀ ਪੈਣੀ ਕਿ ਫੇਰ ਅਸੀਂ ਵੋਟ ਪਾ। ਇਦਾਂ ਨਹੀਂ ਹੈਗਾ। ਵੋਟ ਤੁਸੀਂ ਇੱਥੇ ਪਰਮਨੈਂਟ ਰੈਜ਼ੀਡੈਂਟ ਹੋਣ ਦੇ ਬਾਅਦ ਪਾ ਸਕਦੇ ਆ ਤੇ ਇੰਪੋਰਟੈਂਟਲੀ ਤੁਸੀਂ 2 ਵੋਟਾਂ ਇੱਥੇ ਪਾ ਸਕਦੇ ਆ। ਸਾਡੇ ਇੱਥੇ MMP ਸਿਸਟਮ ਹੈ। ਇੱਕ ਵੋਟ ਤੁਸੀਂ ਪਾਉਨੇ ਆ ਪਾਰਟੀ ਨੂੰ ਕਿ ਪਾਰਟੀ ਓਵਰਆਲ ਮੈਨੂੰ ਕਿਹੜੀ ਪਸੰਦ ਆ, ਉਸ ਦੀ ਪਰਸੈਂਟੇਜ ਦੇ ਮੁਤਾਬਕ ਫਿਰ ਉਹਨਾਂ ਨੂੰ ਸੀਟਾਂ ਵੀ ਉਨੀਆਂ ਮਿਲਦੀਆਂ। ਤੇ ਸੈਕੰਡ ਵੋਟ ਆ ਤੁਹਾਡਾ ਕੈਂਡੀਡੇਟ ਤੁਹਾਨੂੰ ਕਿਹੜਾ ਪਸੰਦ ਆ। ਇੰਡੀਆ ਦੇ ਵਿੱਚ ਕੈਂਡੀਡੇਟ ਦੇ ਉੱਤੇ ਆਮ ਤੌਰ ਤੇ ਹੈਗਾ, ਪਾਰਟੀ ਦਾ ਨਹੀਂ ਹੈਗਾ। ਇੱਥੇ 2 ਵੋਟਾਂ ਕਿ ਓਵਰਆਲ ਏਰੀਆ ਦੇ ਵਿੱਚ ਤੁਹਾਡੇ ਕੋਈ ਇਹ ਵੀ ਹੋ ਸਕਦਾ ਕਿ ਤੁਹਾਨੂੰ ਕੋਈ ਵੀ ਕੈਂਡੀਡੇਟ ਨਾ ਪਸੰਦ ਹੋਵੇ, ਲੇਕਿਨ ਪਾਰਟੀ ਇੱਕ ਪਸੰਦ ਆ ਜਿਹੜੀ ਮੈਨੀਫੈਸਟੋ ਉਹਨਾਂ ਨੇ ਆਪਣਾ ਬੰਦਾ ਵੀ ਨਾ ਉੱਥੇ ਉਤਾਰਿਆ ਹੋਵੇ ਉਸ ਇਲਾਕੇ ਦੇ ਵਿੱਚ, ਫੇਰ ਵੀ ਤੁਸੀਂ ਉਹਨਾਂ ਨੂੰ ਵੋਟ ਪਾ ਕੇ ਕਹਿ ਸਕਦੇ ਆ ਕਿ ਵੀ ਮੈਂ ਤਾਂ ਉਸ ਪਾਰਟੀ ਦੀ ਸਪੋਰਟ ਕਰਦਾ। ਤੇ ਇਦਾਂ ਰਿਪਰੈਜ਼ੈਂਟੇਸ਼ਨ ਦੇ ਕਰਕੇ ਸਾਡੇ ਜਿਹੜੇ MMP ਸਿਸਟਮ ਦੇ ਵਿੱਚ ਐਥਨਿਕ ਜਿਹੜੇ ਮੈਂਬਰਸ ਆਫ ਪਾਰਲੀਮੈਂਟ ਲਿਸਟਿੰਗ ਦੇ ਵਿੱਚ ਆਉਂਦੇ ਆ। ਇੱਕ ਹੈਗੀ ਕਿ ਜਿੱਤ ਕੇ, ਇੱਕ ਫਿਰ ਪਰਸੈਂਟੇਜ ਦੇ ਨਾਲ ਲਿਸਟਿੰਗ ਦੇ ਵਿੱਚ ਤੁਸੀਂ ਆਉਨੇ ਆ। ਉਹਦੇ ਵਿੱਚ ਵੀ ਸਾਡੇ ਪਾਸਟ ਦੇ ਵਿੱਚ ਕਾਫੀ ਲੋਕ ਆਇਆ। ਤੇ ਫਾਈਨਲੀ ਸਾਡੇ ਸਾਰਿਆਂ ਨੂੰ ਇੱਕ ਰਿਕੁਐਸਟ ਆ, ਵੋਟ ਜ਼ਰੂਰ ਪਾਉਣ ਜਾਣਾ। ਇਹ ਇੱਕ ਆਪਣੀ ਕਮਿਊਨਿਟੀ ਦੇ ਵਿੱਚ ਥੋੜਾ ਐਤਕੀ ਮੈਂ ਮਹਿਸੂਸ ਕਰੂੰਗਾ ਕਿ ਬਹੁਤ ਲੋਕੀ ਆਉਣਗੇ। ਕਦੋਂ ਤੋਂ ਲੈ ਕੇ ਕਦੋਂ ਤੱਕ ਪੈ ਰਹੀਆਂ ਨੇ? ਹਾਂਜੀ, 1 ਅਕਤੂਬਰ ਤੋਂ ਲੈ ਕੇ ਜੀ ਤੁਸੀਂ ਜਿਹੜੀ VOTING ਵਾਲੇ ਦਿਨ ਤੱਕ ਇਹ ਪਊਗੀ। ਸੋ 15 ਤਰੀਕ ਤੱਕ ਜੀ ਇਹ ਵੋਟ ਜਿਹੜੀ ਆ ਉਹ ਪਊਗੀ। 1 ਅਕਤੂਬਰ ਤੋਂ 15 ਅਕਤੂਬਰ? ਹਾਂਜੀ, 15 ਤੱਕ ਹੈ ਜੀ। ਠੀਕ ਹੈ। ਤੇ ਉਸੇ ਦਿਨ 7 ਵਜੇ ਰਿਜ਼ਲਟ ਆ ਜਾਣੇ ਆ। ਇੱਥੇ ਮੁਲਕ ਦੇ ਵਿੱਚ ਕੋਈ ਏਦਾਂ ਨਹੀਂ ਕਿ ਬੰਦ ਕਰਕੇ ਮਹੀਨੇ ਲਈ ਰੱਖ ਦਿੱਤਾ। ਸਿਰਫ ਇੱਥੇ ਏਦਾਂ ਆ ਕਿ ਉਹਨੂੰ ਕਹਿੰਦੇ ਆ 7 ਵਜੇ ਪੂਰੇ ਪ੍ਰੀਲਿਮਿਨਰੀ ਰਿਜ਼ਲਟ ਆ ਜਾਂਦੇ ਆ। ਇਹ ਬੜੀ ਇੰਪੋਰਟੈਂਟ ਆ। ਅਸਲ 7 ਵਜੇ VOTING ਬੰਦ ਹੁੰਦੀ ਆ, ਉਸੇ ਟਾਈਮ ਉਹ ਪ੍ਰੀਲਿਮਿਨਰੀ ਰਿਜ਼ਲਟ ਕੱਢ ਕੇ ਕਹਿ ਦਿੰਦੇ ਕਿ ਵੀ ਤੁਹਾਡਾ ਤਕਰੀਬਨ ਇਹਦੇ ਵਿੱਚ 30% ਹੀ ਚੇਂਜ ਹੋਣੀ ਆ, ਕਿਉਂਕਿ ਵੋਟਾਂ ਹੀ ਨਾਲ ਇਕੱਠੀਆਂ ਹੋ ਕੇ ਉਹਨਾਂ ਨੇ ਟੈਲੀ ਅਪ ਕਰਦਿਆਂ ਆਲਰੇਡੀ ਜਦੋਂ ਅੰਕੜੇ 7 ਵਜੇ ਖੋਲਣੇ ਆ ਉਹਨਾਂ ਨੇ 70%। ਅੱਛਾ, ਇੱਕ ਹੋਰ ਗੱਲ ਆ, ਇੱਥੇ ਜਿਹੜੀ VOTING ਪਾਉਣ ਵਾਲਾ ਦਿਨ ਆ ਉਸ ਤੋਂ ਦਿਨ ਪਹਿਲੋਂ, ਉਸ ਦਿਨ ਤੋਂ ਪਹਿਲੋਂ VOTING ਵਾਲੇ ਦਿਨ ਤੋਂ ਪਹਿਲੋਂ ਜਦੋਂ ਵੋਟਾਂ ਖੁੱਲਦੀਆਂ 60% ਲੋਕ ਅਰਲੀ ਵੋਟ ਪਾ ਦਿੰਦੇ ਆ। ਉਹ ਕਹਿੰਦੇ ਕਿ ਉਸ ਦਿਨ ਆਪਾਂ ਰਿਲੈਕਸ ਕਰਾਂਗੇ, ਦੇਖਾਂਗੇ ਮਾਹੌਲ, ਜਾਂ ਹੀ ਕੋਈ ਹੋਰ ਕੰਮ ਕਰਨਾ, ਫਿਰ ਓਵਰਸੀਜ਼ ਤੋਂ ਵੀ ਵੋਟ ਪਾ ਸਕਦੇ ਆ ਤੁਸੀਂ। ਸੋ ਇਹ ਮੁਲਕ ਦੇ ਵਿੱਚ ਜੀ VOTING ਜੇ ਤੁਸੀਂ ਨਿੱਠ ਲਿਆ ਨਾ ਵੋਟ ਪਾਉਣੀ ਆ, ਤੁਹਾਡੀ ਮਦਦ ਪੂਰੀ ਕਰਦੇ ਆ ਕਿ ਵੀ ਪਾ ਲਾ ਭਾਵੇਂ ਓਵਰਸੀਜ਼ ਤੋਂ ਬੈਠਾ। ਮਤਲਬ ਇੱਕ ਸਵਾਲ ਇਹ ਹੈ, ਬੰਦੇ ਨੂੰ ਨਾ ਥੋੜਾ ਜਿਹਾ ਮੋਟਾ ਜਿਹਾ ਅਹਿਸਾਸ ਹੋਦਾ ਮੈਂ ਕਿੰਨੇ ਕੁ ਪਾਣੀ ਚ ਦੇ ਤੌਰ ਤੇ, ਜਾਂ ਜਦੋਂ ਬੰਦੇ ਸਾਹਮਣੇ ਵਾਲੇ ਦਾ ਰਿਐਕਸ਼ਨ ਪਤਾ ਲੱਗ ਜਾਂਦਾ ਵੀ ਹਾਂ ਯਾਰ ਆਪਣਾ ਤਾਂ ਬੇੜਾ ਲੱਗਿਆ ਪਿਆ, ਕੀ ਮੰਨਿਆ ਜੇ ਲੱਡੂ ਪਿਆਰ ਰਹਿਣਗੇ ਉਦੋਂ, ਜਾਂ ਮੋਟੇ ਤੌਰ ਤੇ ਜਾਣੇ ਤਾਂ ਕੀ ਫੀਲ ਕੀ ਹੁੰਦਾ? ਮੈਂ ਜੀ ਆਸਵੰਦ ਆ ਪੂਰਾ। ਮੈਂ ਸਿੱਧੀ ਗੱਲ ਦੱਸਾਂ, ਮੈਂ ਪੂਰਾ ਆਸਵੰਦ ਆ। ਐਤਕੀ ਇਹਨੂੰ ਜ਼ੋਰ ਪੂਰਾ, ਮੇਰੀ ਟੀਮ ਬਹੁਤ ਵਧੀਆ ਟੀਮ ਇਸ ਇਲੈਕਟਡ ਦੇ ਵਿੱਚ, ਇੱਥੇ ਦੇ ਜਿਹੜੇ ਨਾਲ ਹੈ ਜੀ, ਇਸ ਮੁਲਕ ਦਾ ਭਲਾ ਚਾਹੁੰਦੇ, ਆਪਣੇ ਲੋਕਾਂ ਦਾ ਭਲਾ ਚਾਹੁੰਦੇ, ਉਹ ਨਾਲ ਆ। ਇੱਥੇ ਮੇਰੀ ਇਲੈਕਟਡ ਦੇ ਵਿੱਚ ਤਿਕੜੀ ਹੈਗੀ ਆ, ਜਿਹੜੀ ਜਿੱਤੀ ਸੀ ਉਸ ਹੀ ਪਾਸਿਓਂ ਇੱਕ ਹੋਰ ਬੰਦਾ ਖੜਾ ਹੋ ਰਿਹਾ, ਤੇ ਉਹ ਇੱਕ ਪਾਰਟੀ ਜਿਹਨਾਂ ਖੜਾ ਹੋ ਰਿਹਾ ਉਹਨੇ ਵੋਟ ਕਾਫੀ ਉਧਰ ਸਪਲਿਟ ਕਰ ਦੇਣੀ ਆ। ਸੋ ਆਪਣੇ ਜੇ ਪੰਜਾਬੀ ਜੋ ਕਹਿੰਦੇ ਆ, ਪਲੱਸ ਗੋਰੇ ਤੇ ਚਾਈਨੀਜ਼ ਨਾਲ ਜੋੜਦੇ ਹੋਏ ਤੇ ਥੋੜੀ ਪੈਸੀਫਿਕ ਵੋਟ, ਮੈਂ ਜੀ ਬੜਾ ਆਸਵੰਦ ਕਿ ਆਪਾਂ ਲਾਗੇ ਲੈ ਆਉਣੀ ਹੈ ਜੀ। ਥੋੜਾ ਜਿਹਾ ਮੈਂ 2 ਮਿੰਟ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਤੇ ਜ਼ਰੂਰ, ਕਿਉਂਕਿ ਇੰਟਰਸਟਿੰਗ ਗੱਲ ਤੁਸੀਂ ਦੱਸੀ ਕਿ 1905 ਦੇ ਵਿੱਚ ਤੁਹਾਡੇ ਦਾਦਾ ਜੀ ਦੇ ਦਾਦਾ ਜੀ ਚਲੇ ਗਏ ਸੀ ਜੀ ਸਟਾਕਟਨ ਦੇ ਵਿੱਚ, USA ਯੂਬਾ ਜਿਹੜੀ ਸਿਟੀ ਆ ਜੀ, ਉੱਥੇ ਪਹਿਲੀਆਂ ਚ ਅਮਰੀਕਾ ਗਏ, ਉੱਥੋਂ ਫਿਰ ਕਮਾਈਆਂ ਕਰਕੇ ਉਹ ਪੰਜਾਬ ਦੇ ਵਿੱਚ ਪੈਸੇ ਤਾਂ ਲੈ ਕੇ ਆਏ, ਜਿੱਥੇ ਕਿ ਫਿਰ ਸਾਡੀ ਜੱਦੀ ਜ਼ਮੀਨ ਅਸੀਂ ਖਰੀਦੀ ਆ, ਤੇ ਨਾਲ ਦੇ ਨਾਲ ਉਹ ਫਿਰ ਦੁਨੀਆ ਵੀ ਦੇਖਿਆ
ਹੂੰ। ਕਿ ਉੱਥੇ ਪੜ੍ਹਾਈ ਦਾ ਮੁੱਲ ਪੈਂਦਾ, ਹੂੰ। ਉੱਥੇ ਕਿਹੜੀਆਂ ਕਦਰਾਂ ਕੀਮਤੀਆਂ, ਉਹ ਫਿਰ ਮੇਰੇ ਪੜਦਾਦਾ ਜੀ ਉਹਨਾਂ ਨੇ ਵਧੀਆ ਸਕੂਲ ਚ ਪੜਾਇਆ, ਪੈਸੇ ਲਾ ਕੇ ਵਧੀਆ ਸਕੂਲ, ਫਿਰ ਇੱਧਰ ਨੂੰ ਭੇਜਿਆ। ਹੂੰ। ਉਸ ਪੜ੍ਹਾਈ ਨੇ ਸਾਨੂੰ ਫਿਰ ਤੁਹਾਡੇ ਪੜਦਾਦਾ ਜੀ ਕਦੋਂ ਆਏ ਸੀਗੇ ਨਿਊਜ਼ੀਲੈਂਡ? 1920 ਦੇ ਵਿੱਚ। 1920 ਦੇ ਵਿੱਚ ਆ ਗਏ ਹਾਂਜੀ, ਸੀ। 1920 ਦੇ ਵਿੱਚ। ਮੈਂ ਜੀ ਚੌਥੀ ਪੀੜ੍ਹੀ ਆ ਇੱਥੇ, ਚੌਥੀ ਪੀੜ੍ਹੀ ਤੇ ਤੁਹਾਡੀ। ਮੇਰੇ ਬੱਚੇ ਪੰਜਵੀਂ ਪੀੜ੍ਹੀ ਆ ਜੀ। ਹਾਂਜੀ, ਸੋ 5 ਪੀੜ੍ਹੀਆਂ ਹੋ ਗਈਆਂ, 100 ਸਾਲ ਸਾਡੇ ਹੋ ਚੁੱਕੇ ਜੀ ਇਸ ਮੁਲਕ ਦੇ ਵਿੱਚ। ਸੋ ਇੱਕ ਕਿਸਮ ਦਾ ਪੂਰਾ ਸੈਂਚਰੀ ਖੇਲ ਚੁੱਕਿਆ। ਚਲੋ ਰੰਧਾਵਾ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਸ਼ੁਕਰੀਆ। ਦਿੱਤਾ, ਬਹੁਤ ਬਹੁਤ ਥੈਂਕ ਯੂ, ਮਿਹਰਬਾਨੀ। ਥੈਂਕ ਯੂ ਸਰ। ਤਾਂ ਪੈਨਮਿਓਰ ਓਟਾਹੂ ਤੋਂ ਨੈਸ਼ਨਲ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਨਵਤੇਜ ਰੰਧਾਵਾ ਹੋਣਾ ਨੂੰ, ਔਰ ਰੰਧਾਵਾ ਸਾਹਿਬ ਤਾਂ ਕਹਿੰਦੇ ਕਿ ਲੱਡੂ ਖਵਾਵਾਂਗੇ ਉਦਣ, ਬਾਕੀ ਤਾਂ ਵੋਟਰਸ ਤੇ ਹੈ ਕਿ ਇਹਨਾਂ ਨੇ ਕਿਹਨੂੰ ਵੋਟਾਂ ਪਾਉਣੀਆਂ। ਖੈਰ, ਇਹ ਪੂਰੇ ਆਸਮਾਨ ਦਾ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜੋ ਲੇਬਰ ਪਾਰਟੀ ਹੈ ਬਹੁਤ ਸਾਰੇ ਵਾਅਦੇ ਕਰਕੇ ਆਈ ਸੀ ਪਰ ਉਹਨਾਂ ਤੇ ਖਰੀ ਨਹੀਂ ਉਤਰੀ, ਇਸ ਕਰਕੇ ਇਹਨਾਂ ਦਾ ਦਾਅਵਾ ਹੈ ਕਿ ਇਸ ਵਾਰ ਲੋਕ ਨੈਸ਼ਨਲ ਪਾਰਟੀ ਨੂੰ ਚੁਣਨਗੇ।